ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਮੌਜੂਦ ਨੇ। ਅਸੀਂ ਅੱਜ ਕੁਝ ਸਿਆਸੀ ਜਿਹੜੇ ਮਸਲੇ ਨੇ, ਖਾਸ ਕਰ ਅਕਾਲੀ ਦਲ ਪੰਥਕ ਸਿਆਸਤ ਦੇ ਨਾਲ ਜੁੜੇ ਨੇ, ਉਹਨਾਂ ਦੇ ਉੱਤੇ ਅਸੀਂ ਚਰਚਾ ਕਰਾਂਗੇ। ਜਿਸ ਤਰੀਕੇ ਦਾ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਿਆਸਤ ਨੂੰ ਲੈ ਕੇ ਜਾਂ ਕੇਂਦਰ ਦੇ ਵਿੱਚ ਕਿੱਦਾਂ ਦੀ ਭੂਮਿਕਾ ਹੋਣੀ ਚਾਹੀਦੀ ਹੈ ਐਨਡੀਏ ਦੇ ਨਾਲ, ਇਹ ਸਾਰੇ ਸਵਾਲ ਜਾਂ ਪੀਟੀਸੀ ਐਸਜੀਪੀਸੀ ਨੂੰ ਲੈ ਕੇ ਨਾਲੋਂ ਨਾਲ ਜੁੜਦੇ ਜਾ ਰਹੇ ਨੇ, ਜਿਹਨੂੰ ਲੈ ਕੇ ਕਈ ਵਾਰੀ ਵਿਵਾਦ ਵੀ ਖੜੇ ਹੁੰਦੇ ਨੇ। ਪੰਜਾਬ ਸਰਕਾਰ ਦੇ ਨਾਲ ਵੀ ਜਿਸ ਤਰੀਕੇ ਦੀ ਟਕਰਾਅ ਦੀ ਸਥਿਤੀ ਬਣੀ ਹੋਈ ਹੈ, ਇਹਨਾਂ ਉੱਤੇ ਗੱਲਬਾਤ ਕਰਾਂਗੇ। ਇਸਤਰੀ ਅਕਾਲੀ ਦਲ ਦੀ ਭੂਮਿਕਾ ਬਾਰੇ ਵੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਉਹ ਮਤਲਬ ਇਸ ਸਾਰੇ ਸਿਆਸੀ ਹਾਲਾਤ ਦੇ ਵਿੱਚ ਜਾਂ ਇਹ ਸਾਰਾ ਜਿਹੜਾ ਸਿਆਸੀ ਸਿਨੈਰੀਓ ਬਣਿਆ ਹੋਇਆ ਉਹਦੇ ਵਿੱਚ ਪਛੜਿਆ ਕਿਉਂ, ਕੀ ਕਾਰਨ ਰਹੇ, ਉਹਦੇ ਉੱਤੇ ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ, ਤੇ ਜਿੰਨੇ ਵੀ ਵੇਖ ਸੁਣ ਰਹੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਮੈਮ। ਸ਼ੁਰੂਆਤ ਆਪਾਂ ਥੋੜਾ ਮੈਂ ਕਹਿੰਦਾ ਪਿੱਛੋਂ ਸ਼ੁਰੂ ਕਰੀਏ ਕਿ ਕੀ ਕਾਰਨ ਮੰਨਦੇ ਹੋ ਤੁਸੀਂ ਵੀ ਅਕਾਲੀ ਦਲ ਦੀ ਸਿਆਸਤ ਨੂੰ ਬਹੁਤ ਨੇੜਿਓਂ ਤੱਕ ਰਹੇ ਹੋ ਜਾਂ ਪੰਜਾਬ ਦੀ ਸਿਆਸਤ ਨੂੰ ਵੀ ਦੇਖ ਰਹੇ ਹੋ ਕਿ ਕੀ ਕੁਝ ਜਿਹੜਾ ਉਲਟਫੇਰ ਹੁੰਦੇ ਨੇ ਜਾਂ ਕਿਵੇਂ ਸਿਆਸਤ ਆਪਣਾ ਕੰਮ ਕਰ ਜਾਂਦੀ ਹੈ, ਉਹਦੇ ਵਿਚਾਲੇ ਖਾਸ ਕਰ ਅਸੀਂ ਜਦੋਂ ਅਕਾਲੀ ਦਲ ਦੀ ਗੱਲ ਕਰਦੇ ਹਾਂ, ਅੱਜ ਦੀ ਪੋਜੀਸ਼ਨ ਤੱਕ ਪਹੁੰਚਣਾ ਜਾਂ ਪਹਿਲਾਂ ਕਿਸ ਤਰ੍ਹਾਂ ਦਾ ਸੀ, ਜਿਵੇਂ ਕਾਰਜਕਾਰੀ ਜਥੇਦਾਰ ਜਿਹੜੇ ਰਹਿ ਚੁੱਕੇ ਨੇ, ਮੌਜੂਦਾ ਸਮੇਂ ਜਥੇਦਾਰ ਸਿੰਘ ਦਮਦਮਾ ਸਾਹਿਬ ਦੇ ਨੇ ਗਿਆਨੀ ਹਰਪ੍ਰੀਤ ਸਿੰਘ, ਉਹ ਲਗਾਤਾਰ ਇਹ ਕਹਿੰਦੇ ਰਹੇ ਨੇ ਕਿ ਪੰਥਕ ਲੀਹਾਂ ਦੇ ਵੱਲ ਵਾਪਸੀ ਕਰੋ, ਪਰ ਅਕਾਲੀ ਦਲ ਆਪਣੇ ਢੰਗ ਦੇ ਨਾਲ ਜਿਹੜਾ ਆਪਣੀ ਸਿਆਸਤ ਨੂੰ ਅੱਗੇ ਵਧਾਉਂਦਾ ਆ। ਦੇਖੋ, ਆਪਾਂ ਦੋ ਕੁ ਚੀਜ਼ਾਂ ਪਹਿਲਾਂ ਸਮਝੀਏ ਵੀ ਆਫਟਰ ਪੋਲੀਟੀਕਲ ਪਾਰਟੀਆਂ ਦਾ ਰੋਲ ਕੀ ਹੈ, ਕਿਉਂ ਚਾਹੀਦੀਆਂ ਹੁੰਦੀਆਂ ਨੇ, ਕਾਨੂੰਨ ਬਣਾਉਣੇ, ਪਾਲਿਸੀਜ਼ ਬਣਾਉਣੇ, ਤੇ ਉਹਨਾਂ ਵਿੱਚ ਫਿਰ ਖੇਤਰੀ ਪਾਰਟੀਆਂ ਦਾ ਕਿਉਂ ਵੱਡਾ ਰੋਲ ਹੁੰਦਾ ਹੈ, ਕਿਉਂਕਿ ਉਹਨਾਂ ਨੇ ਆਪਣੇ ਲੋਕਾਂ ਦੇ, ਜਿੱਥੋਂ ਦੇ ਉਹ ਆਪਣੇ ਆਪ ਨੂੰ ਮੁਅਤਬਰ ਸਮਝਦੇ ਨੇ, ਉਹਨਾਂ ਦੇ ਮੁੱਦਿਆਂ ਨੂੰ ਸਮਝਣਾ ਤੇ ਫਿਰ ਉਹਨਾਂ ਲਈ ਕੰਮ ਕਰਨਾ। ਸੋ ਇਸੇ ਤਰ੍ਹਾਂ ਦੇ ਸੰਘਰਸ਼ ਚੋਂ ਇੱਕ ਸਿੱਖੀ ਸੋਚ ਨਾਲ ਜੁੜੀ, ਯਾਨੀ ਇੱਕ ਪੰਥਕ ਮਸਲਿਆਂ ਨੂੰ ਨਜਿੱਠਣ ਵਾਲੀ ਇੱਕ ਪਾਰਟੀ ਵਜੋਂ ਸ਼ੁਰੂ ਹੋਈ, ਜਿੱਥੇ ਪੰਜਾਬੀਆਂ ਨੇ, ਖਾਸ ਤੌਰ ਤੇ ਸਿੱਖਾਂ ਨੇ ਅੱਤ ਦੇ ਜ਼ੁਲਮ ਸਹੇ ਤੇ ਉਹ ਜੇਲਾਂ ਕੱਟੀਆਂ, ਯਾਨੀ ਜਾਨਾਂ ਗਵਾਈਆਂ। ਉਹ ਸਭਨਾਂ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਇਹ ਸਾਡੀ ਕੋਈ ਥਾਂ ਹੈ ਜਿੱਥੇ ਸਾਡੀ ਆਵਾਜ਼ ਸੁਣੀ ਜਾਏਗੀ, ਜਿੱਥੇ ਸਾਡੀਆਂ ਲੋੜਾਂ ਪੂਰੀਆਂ ਹੋਣਗੀਆਂ, ਜਿੱਥੇ ਕਾਨੂੰਨ ਸਾਡੇ ਹਿਸਾਬ ਨਾਲ ਹੋਣ, ਜਿਨ੍ਹਾਂ ਨਾਲ ਸਾਡੇ ਇਸ ਖੇਤਰ ਦੀ ਅੱਗੋਂ ਅਸੀਂ ਦੇਖ ਸਕੀਏ ਪ੍ਰਫੁੱਲਤ ਹੋ ਸਕਿਆ ਹੋਵੇ। ਸੋ ਇਹ ਸੀ ਜਿਸ ਸੰਘਰਸ਼ ਚੋਂ ਨਿਕਲ ਕੇ ਇਹ ਪਾਰਟੀ ਅਗਾਂਹ ਆਈ ਸੀ, ਜਿੱਥੇ ਮਸਲੇ ਸਨ ਪੰਜਾਬ ਦੇ, ਖਾਸ ਤੌਰ ਤੇ ਪੰਜਾਬ ਵਿੱਚੋਂ ਵੀ ਸਿੱਖਾਂ ਦੇ, ਤੇ ਇਹਦੀ ਸਪੋਰਟ ਕੀ ਸੀ? ਵੱਡੀ ਪੱਧਰ ਤੇ ਉਹ ਸਪੋਰਟ ਸੀ ਜਿਹੜੀ ਪਿੰਡਾਂ ਦੇ ਵਿੱਚ ਸਨ ਲੋਕ, ਜਿਹੜੇ ਸਿੱਖ ਸਿਆਸਤ ਨੂੰ ਸਮਝਦੇ ਵੀ ਰਹੇ ਪੁਰਾਣੇ ਸਮਿਆਂ ਤੋਂ, ਤੇ ਜਿਹੜੇ ਸਿੱਖੀ ਲੋੜਾਂ ਨੂੰ ਦੇ ਪ੍ਰਤੀ ਪਰਪੱਕ ਸਨ, ਤੇ ਉਸੇ ਸੋਚ ਦੇ ਆਧਾਰ ਤੇ ਇਹਨਾਂ ਦੀਆਂ ਜੜ੍ਹਾਂ ਟਿਕੀਆਂ ਹੋਈਆਂ ਸੀ ਕਿ ਵੱਡੀ ਗਿਣਤੀ ਪਿੰਡਾਂ ਦੇ ਲੋਕ ਝਿੜਕਦੇ ਨਹੀਂ ਸਨ। ਉਹ ਪੱਕੀਆਂ ਵੋਟਾਂ ਸਮਝ ਕੇ ਜਿਨ੍ਹਾਂ ਨੂੰ ਇਹ ਤੁਰਿਆ ਜਾਂਦਾ ਸੀ ਕਿ ਉਹੀ ਸਨ ਇਸ ਪਾਰਟੀ ਦੀਆਂ ਨੀਹਾਂ। ਹੌਲੀ ਹੌਲੀ ਪਾਰਟੀ ਨੂੰ ਇਹ ਖਿਆਲ ਆਇਆ ਕਿ ਅਸੀਂ ਕਿਉਂ ਨਾ ਆਪਣਾ ਵਿਸਤਾਰ ਕਰੀਏ, ਕਿ ਅਸੀਂ ਅਗਾਂਹ ਤੁਰੀਏ, ਅਸੀਂ ਯਾਨੀ ਇੱਕ ਖੇਤਰ ਦੀ ਥਾਂ ਤੇ ਅਸੀਂ ਪੂਰੇ ਮੁਲਕ ਦੇ ਵੱਲ ਨੂੰ ਤੁਰੀਏ। ਸੋ ਉਹ ਜਿਹੜਾ ਆਪਣਾ ਪਸਾਰ ਕਰਨਾ ਚਾਹਿਆ, ਉਹਦੇ ਵਿੱਚ ਇਹਨਾਂ ਨੇ ਗਵਾਇਆ ਆਪਣੀ ਖੇਤਰੀ ਪਾਰਟੀ ਹੋਣ ਦਾ ਜਿਹੜਾ ਅਸਲ, ਜਿਸ ਕਾਰਨ ਕਿਸੇ ਵੀ ਥਾਂ ਤੇ ਕੋਈ ਉਸ ਲੋਕ ਜਿਹੜੇ ਉੱਥੇ ਵੱਸਦੇ ਨੇ ਉਹਨੂੰ ਆਪਣੀ ਮੰਨਦੇ ਆ, ਵੀ ਕਿੰਨੀਆਂ ਵੀ ਗਲਤੀਆਂ ਹੋਣ, ਚਲੋ ਅਸੀਂ ਨਜ਼ਰ ਅੰਦਾਜ਼ ਕਰਕੇ, ਪਰ ਇਹ ਸਾਡੇ ਹੀ ਨੇ, ਸਾਡੇ ਵਾਸਤੇ ਹੀ ਨੇ, ਤੇ ਸਾਨੂੰ ਯਾਨੀ ਆਪਣਾ ਕੋਈ ਮਾਰੇਗਾ ਤੇ ਛਾਂ ਤੇ ਹੀ ਸੁੱਟੇਗਾ। ਸੋ ਇਸ ਸੋਚ ਨਾਲ ਇਹ ਹਮੇਸ਼ਾ ਤੋਂ ਜੁੜੇ ਰਹੇ ਸਨ। ਸੋ ਜਦੋਂ ਉਹਨਾਂ ਨੇ ਠੱਗਿਆ ਮਹਿਸੂਸ ਕੀਤਾ ਵੀ ਇਹ ਤਾਂ ਆਪਣੀ ਆਈਡੈਂਟਿਟੀ ਗਵਾ ਰਹੇ ਨੇ, ਇਹ ਤਾਂ ਚੱਲੇ ਇੱਕ ਵੱਡੀ ਪੱਧਰ ਤੇ ਜਿੱਥੇ ਪੰਥਕ ਮਸਲਿਆਂ ਦੀ ਕੋਈ ਹੁਣ ਜ਼ਿਕਰ ਨਹੀਂ ਹੋ ਰਿਹਾ। ਬੜੀ ਅਹਿਮ ਗੱਲ ਕਿ ਪੰਥਕ ਜਿਹੜੀ ਨੀਂਹ ਸੀ ਉਹ ਜਦੋਂ ਖਿਸਕ ਗਈ ਕਿ ਪੰਥਕ ਮਸਲੇ ਤਾਂ ਇਹ ਤੋਰ ਨਹੀਂ ਰਹੇ, ਨਾ ਇਹ ਖੇਤਰੀ ਰਹੇ, ਤਾਂ ਦੋਨੋਂ ਹੀ ਚੀਜ਼ਾਂ ਟੁੱਟੀਆਂ। ਤੇ ਫਿਰ ਕੁਝ ਅਹਿਮ ਗੱਲਾਂ ਕਿ ਇਸ ਪਾਰਟੀ ਦੇ ਅੰਦਰਲੀ ਇਨਸਟੇਬਿਲਿਟੀ, ਫਿਰ ਇਸ ਪਾਰਟੀ ਨਾਲ ਜੁੜੀਆਂ ਕੁਝ ਗੱਲਾਂ ਕਿ ਇੱਥੇ ਨਸ਼ੇ ਨਾਲ ਜੋੜ ਦਿੱਤੇ ਗਏ ਵੱਡੀ ਪੱਧਰ ਤੇ, ਜੋ ਸਾਨੂੰ ਪਤਾ ਹੈ ਕਿ ਜਿਸ ਤਰੀਕੇ ਦੇ ਇੱਥੇ ਚੁਫੇਰਿਓਂ ਆਵਾਜ਼ ਉੱਠੀ। ਫਿਰ ਇਹਨਾਂ ਦੇ ਪੋਲੀਟੀਕਲ ਕਨਫਲਿਕਟ ਸ਼ੁਰੂ ਹੋਏ। ਦੇਖੋ,
ਚਾਣਕਿਆ ਕਹਿੰਦਾ ਸੀ ਕਿ ਜਿਹੜਾ ਰਾਜਾ ਵਪਾਰੀ ਹੋਏ ਉਹਦੀ ਪ੍ਰਜਾ ਭਿਖਾਰੀ ਹੋ ਜਾਂਦੀ ਹੈ। ਤੋ ਇੱਕ ਇਸ ਤਰੀਕੇ ਦੀ ਇੰਟਰਨਲ ਕਰਪਸ਼ਨ ਸ਼ੁਰੂ ਹੋਈ ਜਿੱਥੇ ਲੋਕਾਂ ਦੀ ਥਾਂ ਤੇ ਆਪਣਾ ਢਿੱਡ ਭਰਨ ਜਾਂ ਆਪਣਾ ਬਿਜ਼ਨਸ ਫੈਲਾਉਣ ਵੱਲ ਨੂੰ ਧਿਆਨ ਦਿੱਤਾ ਜਾਣ ਲੱਗ ਪਿਆ, ਜਿੱਥੇ ਆਮ ਲੋਕ ਠੱਗੇ ਮਹਿਸੂਸ ਕਰ ਰਹੇ। ਜੀ ਇੱਕ ਹੋਰ ਵੀ ਇਹਨਾਂ ਦੇ ਯਾਨੀ ਇਸ ਤਰੀਕੇ ਦੀ ਜੋ ਸੈਲਫ ਬੈਨੀਫਿਟਸ ਵੱਲ ਨੂੰ ਇਹ ਤੁਰਨਾ ਸ਼ੁਰੂ ਹੋਇਆ, ਉਹੀ ਸੀ ਇਹਦੇ ਅੰਦਰਲੀ ਬਗਾਵਤ ਜਿਸ ਨੇ ਇਹਨੂੰ ਖੇਰੋਂ ਖੇਰੋਂ ਕਰਨਾ ਸ਼ੁਰੂ ਕੀਤਾ। ਹੁਣ ਉਸ ਬਗਾਵਤ ਵਿੱਚ ਪਹਿਲਾਂ ਤਾਂ ਟਕਸਾਲੀ, ਕਿਉਂਕਿ ਦੇਖੋ ਕਿਸੇ ਪਾਰਟੀ ਦੀ ਮਜ਼ਬੂਤੀ ਹੁੰਦੀ ਜੇ ਉਹਨਾਂ ਦੇ ਥੰਮ ਜਿਨ੍ਹਾਂ ਨੇ ਆਪ ਜੇਲਾਂ ਕੱਟੀਆਂ ਹੋਣ, ਜਿਨ੍ਹਾਂ ਨੇ ਔਖੇ ਸਮੇਂ ਕੱਢੇ ਹੋਣ ਤੇ ਉਹਦੇ ਵਿੱਚੋਂ ਨਿੱਤਰ ਕੇ ਜਦੋਂ ਆਏ ਹੋਣ, ਉਹਨਾਂ ਨੂੰ ਪਤਾ ਹੁੰਦਾ ਕਿ ਕਿਵੇਂ ਲੋਕਾਂ ਨਾਲ ਜੁੜਨਾ ਹੈ, ਉਹਨਾਂ ਦੀ ਕੀ ਪੀੜ ਹੈ, ਕੀ ਲੋੜ ਹੈ, ਉਹ ਸਾਰਿਆਂ ਦੇ ਆਧਾਰ ਉੱਤੇ ਲੋਕ ਇਹਨਾਂ ਨੂੰ ਚੁਣਦੇ ਨੇ। ਹੁਣ ਜਦੋਂ ਲੋਕ ਹੀ ਕਹਿਣ ਕਿ ਸਾਡੀ ਨਾ ਤਾਂ ਇਹ ਆਵਾਜ਼ ਸੁਣਦੇ ਨੇ, ਨਾ ਸਾਡੀ ਪੀੜ ਨੂੰ ਸਮਝਦੇ ਨੇ ਤੇ ਨਾ ਸਾਡੇ ਅਸਲ ਮੁੱਦੇ, ਕਿਉਂ ਖੇਤਰੀ ਪਾਰਟੀਆਂ ਦੀ ਲੋੜ ਹੁੰਦੀ ਹੈ ਕਿ ਉਹਨਾਂ ਥਾਵਾਂ ਦੇ ਅਸਲ ਮੁੱਦਿਆਂ ਨੂੰ ਕੋਈ ਅਗਾਂਹ ਲਿਜਾ ਕੇ ਉਹਦੇ ਅਨੁਸਾਰ ਕਾਨੂੰਨ ਵਿੱਚ ਵੀ ਤਬਦੀਲੀ ਲਿਆਵੇ, ਉਹਨਾਂ ਪਾਲਿਸੀਆਂ ਨਾਲ ਉਹਨਾਂ ਨੂੰ ਫਾਇਦਾ ਹੁੰਦਾ ਹੋਵੇ। ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਨਦਾਰਦ ਹੋ ਗਈਆਂ। ਅੱਜ ਵੀ ਪੰਜਾਬ ਦੇ ਮੁੱਦਿਆਂ ਵਿੱਚ ਅਹਿਮ ਮੁੱਦਾ ਜੇ ਕਿ ਅਸੀਂ, ਕਿਉਂਕਿ ਇਹ ਪਾਰਟੀ ਸਿੱਖੀ ਦੇ ਨਾਲ ਜੁੜੀ ਅਗਾਂਹ ਆਈ ਕਿ ਕੀ ਸਿੱਖਾਂ ਨੂੰ ਨਿਆਂ ਮਿਲ ਰਿਹਾ ਹੈ, ਯਾਨੀ ਜਿਹੜੇ ਸਾਡੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਨ ਕਿ ਉਹ ਛੁੱਟ ਗਏ, ਜਾਂ ਉਹ ਮੁੱਦਾ ਕਿਸੇ ਨੇ ਵੀ ਉਸ ਪੱਧਰ ਤੱਕ ਚੁੱਕਿਆ ਵਿਸ਼ਵ ਖਿਮਾ ਕਰਿਓ ਨੈਸ਼ਨਲ ਪੱਧਰ ਉੱਤੇ। ਕਿਉਂਕਿ ਇਸ ਪਾਰਟੀ ਦੇ ਨਾਲ ਜੁੜੀ ਜਿਹੜੀ ਦੂਸਰੀ ਪਾਰਟੀ ਹਮੇਸ਼ਾ ਤੋਂ ਰਹੀ, ਇਸਨੇ ਸ਼ਹਿਰੀ ਯਾਨੀ ਜਿਹੜੀ ਵੋਟ ਹਿੰਦੂ ਵੋਟ ਨਾਲ ਜੋੜੀ ਰੱਖੀ ਕਿ ਆਪਣੀ ਆਈਡੈਂਟਿਟੀ ਬਰਕਰਾਰ ਰੱਖਦਿਆਂ ਉਹਨਾਂ ਨੇ ਇੱਕ ਹਿੰਦੂ ਵੋਟ ਨੂੰ ਸੈਪਰੇਟ ਕਰਦਿਆਂ ਉਹ ਬੀਜੇਪੀ ਦੇ ਹਵਾਲੇ ਕਰਕੇ ਇੱਕ ਇਸ ਤਰੀਕੇ ਦਾ ਬੜਾ ਸਫਲ ਗਰੁੱਪ ਤੁਰਦਾ ਰਿਹਾ। ਹੁਣ ਉਹਦੇ ਵਿੱਚ ਜਦੋਂ ਇਹ ਮੁੱਦੇ ਨਦਾਰਦ ਹੋ ਗਏ ਕਿ ਭਾਈ ਤੁਹਾਡੇ ਇਸੇ ਥਾਂ ਤੇ ਸਿੱਖਾਂ ਦੀ ਚੁਣੀ ਪਾਰਟੀ, ਸਿੱਖਾਂ ਲਈ ਕੰਮ ਕਰਦੀ ਪਾਰਟੀ ਪੰਥਕ ਮੁੱਦਿਆਂ ਨੂੰ ਚੱਕਦੀ, ਪਰ ਅਸੀਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਅਸੀਂ ਨਹੀਂ ਛੁਡਾ ਸਕਦੇ, ਉਹ ਜੇਲ੍ਹਾਂ 'ਚ ਟੱਕੇ ਰਹਿਣਗੇ ਮਰਨ ਤੱਕ। ਕਿਸਾਨੀ ਮੁੱਦੇ ਨਦਾਰਦ ਹੋਣੇ ਸ਼ੁਰੂ ਹੋ ਗਏ ਕਿਉਂਕਿ ਵਪਾਰ ਸੀ ਜਿਹੜਾ ਰਾਜਾ, ਕਿਉਂਕਿ ਉਹ ਵਪਾਰ ਵਿੱਚ ਡੁੱਬ ਚੁੱਕਿਆ ਸੀ, ਇਸੇ ਕਾਰਨ ਉਹ ਮੁੱਦੇ ਜਿਹੜੇ ਕਿਸੇ ਗਰੀਬ ਕਿਸਾਨ ਨਾਲ ਸੰਬੰਧਿਤ ਸਨ, ਉਹਦੇ ਚੁੱਕੇ ਕਰਜ਼ਿਆਂ ਨਾਲ ਸੰਬੰਧਿਤ ਸਨ, ਕਿਸਾਨੀ ਖੁਦਕੁਸ਼ੀਆਂ ਨਾਲ ਸੰਬੰਧਿਤ ਸਨ, ਉਹ ਹੌਲੀ ਹੌਲੀ ਗਾਇਬ ਹੋ ਗਏ। ਸਾਡੇ ਕੋਲ ਕਿਸਾਨੀ ਸੰਘਰਸ਼ ਇੱਕ ਬੜੀ ਤਗੜੀ ਮਿਸਾਲ ਹੈ, ਜਿਹੜੇ ਉਹ ਅਖੀਰ ਬਗਾਵਤੀ ਸੁਰ ਨਾਲ ਉੱਠੇ ਕਿ ਤੁਸੀਂ ਨਾ ਚੱਕੋ, ਅਸੀਂ ਆਪਣੀਆਂ ਲੋੜਾਂ ਆਪ ਹੀ ਸਮਝਦੇ ਹਾਂ, ਅਸੀਂ ਆਪਣੇ ਮੁੱਦੇ ਆਪ ਹੀ ਚੁੱਕ ਕੇ ਆਪੇ ਹੱਕ ਲੈ ਲਵਾਂਗੇ। ਉਹੀ ਸੀ ਜਿਹਨੇ ਅਸਲ ਨੀਹਾਂ ਤੋਂ ਲਾ ਕੇ ਬਿਲਕੁਲ ਹੇਠਾਂ ਧੱਕ ਦਿੱਤਾ ਇਹ ਉਸ ਸੂਰਜ ਨੂੰ ਜਿਹੜਾ ਕਦੇ ਸੋਚਦਾ ਸੀ ਮੈਂ ਕਦੇ ਡੁੱਬਣਾ ਨਹੀਂ। ਪਰ ਸੂਰਜ ਹਮੇਸ਼ਾ ਡੁੱਬਦਾ ਜ਼ਰੂਰ ਹੈ, ਭਾਵੇਂ ਅਗਲੇ ਦਿਨ ਚੜ੍ਹਨ ਲਈ ਤਿਆਰ ਹੋਵੇ, ਪਰ ਉਹਨੂੰ ਜਿਸ ਵਿੱਚ ਚੰਡੀਗੜ੍ਹ ਇੱਕ ਅਹਿਮ ਮੁੱਦਾ ਬਣ ਕੇ ਉੱਭਰ ਗਿਆ ਕਿ ਲੋਕ ਉਹ ਸੋਚਦੇ ਸਨ, ਉਹ ਵੀ ਠੱਗੇ ਮਹਿਸੂਸ ਕਰਦੇ ਸਨ ਕਿ ਸਾਡੀਆਂ ਹੀ ਜ਼ਮੀਨਾਂ, ਸਾਡਾ ਹੀ ਆਧਾਰ ਤੇ ਸਾਡੀ ਸਰਜ਼ਮੀਨ ਨੂੰ ਖੋਹ ਕੇ ਉਧਰ ਦੂਜੇ ਪਾਸੇ ਤੋਰਦਿਆਂ ਤੇ ਕੋਈ ਆਵਾਜ਼ ਤਾਂ ਚੁੱਕੋ ਭਾਈ, ਕੋਈ ਸਾਡੇ ਹੱਕਾਂ ਲਈ ਬੋਲੋ ਤਾਂ ਸਹੀ। ਸੋ ਉਹ ਵੀ ਖੁੱਸਦਾ ਗਿਆ, ਉਹ ਮੁੱਦਾ ਨਾ ਰਿਹਾ। ਨਸ਼ਿਆਂ ਨੇ ਜਿਸ ਤਰੀਕੇ ਪੰਜਾਬ ਨੂੰ ਗ੍ਰਸਤ ਕਰਕੇ ਖਾਤਮੇ ਵੱਲ ਤੋਰ ਦਿੱਤਾ, ਉਸ ਮੁੱਦੇ ਵਿੱਚ ਜਦੋਂ ਅਹਿਮ ਇਹ ਉਂਗਲ ਚੁੱਕ ਦਿੱਤੀ ਗਈ ਕਿ ਇਹ ਫੈਲਾਉਣ ਵਾਲੀ ਇਹ ਪਾਰਟੀ ਹੈ, ਯਾਨੀ ਇਹ ਇੰਨੀ ਭਾਰੀ ਤਰੀਕੇ ਮੁੱਦਾ ਚੁੱਕਿਆ ਗਿਆ ਕਿ ਮਾਪੇ ਜਿਨ੍ਹਾਂ ਦੇ ਘਰਾਂ 'ਚ ਸੱਥਰ ਵਿੱਚ ਚੁੱਕੇ ਸਨ, ਉਹ ਇੱਕ ਤਰੀਕੇ ਬਗਾਵਤੀ ਸੁਰ ਨਾਲ ਖੜੇ ਹੋਏ ਕਿ ਅਸੀਂ ਤਾਂ ਕੋਈ ਹੋਰ ਆਵੇ ਸਹੀ, ਇਹ ਨਹੀਂ। ਤਾਂ ਉਹ ਇੱਕ ਨਸ਼ਿਆਂ ਨੇ ਜਿਸ ਤਰੀਕੇ ਲੋਕਾਂ ਦੇ ਘਰ ਰੋੜੇ ਸਨ, ਉਹ ਪਾਰਟੀ ਦੀਆਂ ਨੀਹਾਂ ਵੀ ਖੋਰ ਦਿੱਤੀਆਂ ਕਿ ਇੰਨਾ ਬੇਤਹਾਸ਼ਾ ਨਸ਼ਾ ਜਿਸ ਵਿੱਚ ਨਾ ਸਿਰਫ ਸਾਡੇ ਨੌਜਵਾਨ ਮੁੰਡੇ ਬਲਕਿ ਕੁੜੀਆਂ ਇਸ ਸਾਲ ਵਿੱਚ ਜਾ ਰਹੀਆਂ ਨੇ, ਹਾਰਡ ਡਰੱਗ ਅਡਿਕਟਸ ਬਣ ਰਹੀਆਂ ਨੇ। ਫਿਰ ਜਿਸ ਤਰੀਕੇ ਪੋਲੀਟੀਕਲ ਤੇ ਥੱਲੇ ਦਾ ਨੈਕਸਸ ਜਿਵੇਂ ਹੇਠਾਂ ਦਾ ਲੱਭਿਆ ਕਿ ਕਿਵੇਂ IPS ਤੇ ਪੋਲੀਟੀਕਲ ਜੋ ਨੈਕਸਸ ਪੁਲਿਸ ਦੇ ਨਾਲ ਸ਼ੁਰੂ ਹੋਇਆ, ਉਹ ਕਿੰਨੀ ਵਾਰ ਸਾਹਮਣੇ ਆਇਆ ਕਿ ਇਹ ਨਸ਼ਾ ਦਰਅਸਲ ਇੱਥੇ ਤੋੜਨ ਵਾਲੇ ਹੀ ਹਾਕਮ ਨੇ। ਫਿਰ ਸ਼ੁਰੂ ਹੋਈ ਆਵਾਜ਼ ਕਿ ਸਾਡਾ ਪੰਜਾਬ ਦਾ ਪਾਣੀ, ਦੇਖੋ ਕਿੰਨੀ ਤਗੜੀ ਆਵਾਜ਼ ਉਹਦੇ ਲਈ ਚੱਕੀ ਗਈ
ਸਾਰੇ ਹੀ ਗਵਾਹ ਨੇ, ਮੈਨੂੰ ਉਹਦੇ ਲਈ ਕੁਝ ਕਹਿਣ ਦੀ ਲੋੜ ਨਹੀਂ। ਤੋ ਇਹ ਸਨ ਜਿਹੜੇ ਮੇਨ ਮੁੱਦੇ। ਬਹੁਤ ਸਾਰੀਆਂ ਮੁੱਖ ਅਖਬਾਰਾਂ ਨੇ, ਬਹੁਤ ਸਾਰੀਆਂ ਨੈਸ਼ਨਲ ਚੈਨਲਸ ਨੇ ਚੱਕੇ, ਵਾਰ-ਵਾਰ ਚੇਤੰਨ ਕੀਤਾ ਕਿ ਇਹ ਨੇ ਇਸ਼ੂਜ਼ ਜਿਨ੍ਹਾਂ ਕਾਰਨ ਇਹ ਪਾਰਟੀ ਹੇਠਾਂ ਵੱਲ ਨੂੰ ਜਾ ਰਹੀ ਹੈ। ਪਰ ਕਈ ਵਾਰ ਕਹਿੰਦੇ ਨੇ ਜਦੋਂ ਤਾਕਤ ਦਾ ਨਸ਼ਾ ਹੁੰਦਾ ਹੈ ਨਾ, ਉਹ ਤੁਹਾਨੂੰ ਅੰਨਾ ਬਣਾ ਦਿੰਦਾ ਹੈ। ਉਹ ਤੁਹਾਡੇ ਆਲੇ-ਦੁਆਲੇ ਦੇ ਅਹਿਲਕਾਰ ਕਿਵੇਂ ਦੇ ਨੇ, ਉਹਨਾਂ ਦਾ ਵੀ ਤੁਹਾਨੂੰ ਬਹੁਤ ਅਸਰ ਪੈਂਦਾ ਜੇ ਕਿ ਕੀ ਉਹ ਸੱਚਾਈ ਦੱਸ ਰਹੇ ਨੇ ਜਾਂ ਉਹ ਸਿਰਫ ਵਾਹ-ਵਾਹੀ ਦੇ ਵਿੱਚ ਤੋਰ ਕੇ ਤੁਹਾਨੂੰ ਅਗਾਂਹ ਲਿਜਾ ਤਾਂ ਰਹੇ ਨੇ, ਪਰ ਅੱਗੇ ਅਸਲ ਵਿੱਚ ਖੂਹ ਜੇ। ਤੋ ਉਹ ਵੀ ਬਹੁਤ ਐਸੈਂਸ਼ੀਅਲ ਹੋ ਜਾਂਦਾ ਜੇ ਦੇਖਣਾ ਕਿ ਜਿਹੜੇ ਸਾਨੂੰ ਸਲਾਹਾਂ ਦੇਣ ਵਾਲਿਆਂ 'ਚ ਕੀ ਅਸੀਂ ਕੰਨ ਧਰ ਰਹੇ ਹਾਂ ਕਿਸੇ ਉਸ ਪੰਜਾਬੀ ਪ੍ਰੇਮੀ ਨਾਲ ਜਿਹੜਾ ਮੁੱਦੇ ਚੁੱਕ ਕੇ ਅਗਾਂਹ ਲਿਜਾ ਰਿਹਾ ਜਾਂ ਜਿਹੜਾ ਮੁੱਦੇ ਚੁੱਕ ਕੇ ਉਸੇ ਨੂੰ ਹੀ ਕਿਸੇ ਨਾ ਕਿਸੇ ਤਰੀਕੇ ਅੜਾ ਲਓ ਜਾਂ ਉਹਨੂੰ ਜੇਲ੍ਹ 'ਚ ਡੱਕ ਦਿਓ ਜਾਂ ਕੋਈ ਕੇਸ ਬਣਾ ਦਿਓ ਕਿ ਕੋਈ ਆਵਾਜ਼ ਨਾ ਚੁੱਕੇ। ਯਾਨੀ ਦੇਖੋ ਮਹਾਰਾਜਾ ਰਣਜੀਤ ਸਿੰਘ ਵੇਲੇ ਕਿਉਂ ਸਾਰਾ ਕੁਝ ਲੋਕ ਕਹਿੰਦੇ ਸਨ ਕਮਾਲ ਦਾ ਰਾਜ ਸੀ ਕਿ ਉਹਨੇ ਕੰਨ ਧਰੇ ਹੋਏ ਸਨ ਲੋਕ ਆਵਾਜ਼ ਉੱਤੇ ਕਿ ਭਾਈ ਜਿਹੜਾ ਕੋਈ ਥੱਲਿਓਂ ਜਿਸ ਨੂੰ ਪੀੜ ਹੈ ਕੋਈ ਆਵਾਜ਼ ਚੁੱਕਦਾ ਹੈ, ਉਹਨੂੰ ਸੁਣਦਾ ਸੀ, ਫਿਰ ਉਹਨੂੰ ਕਿਵੇਂ ਠੀਕ ਕਰਨਾ ਹੈ, ਉਸ ਪਾਸੇ ਵੱਲ ਧਿਆਨ ਦੇਣਾ। ਇੱਥੇ ਜੇ ਕੋਈ ਮੁੱਦੇ ਚੱਕਣ ਵਾਲਾ ਸੀ ਤਾਂ ਉਹ ਦਰਅਸਲ ਇਸ ਕਦਰ ਪੀਸ ਦਿੱਤਾ ਜਾਂਦਾ ਸੀ ਕਿ ਬਾਕੀ ਵੀ ਚੁੱਪ ਕਰਕੇ ਬਹਿ ਜਾਂਦੇ ਸਨ, ਪਰ ਉਹ ਬਗਾਵਤ ਅੰਦਰੋਂ ਅੰਦਰ ਜਿਵੇਂ ਲੱਕੜ ਸੁਲਗਦੀ ਹੈ ਉਸੇ ਤਰ੍ਹਾਂ ਹੀ ਉਹ ਚੱਲਦੀ ਰਹੀ। ਇਹਦੇ ਵਿੱਚ ਜਿਹੜੀ ਮੇਨ ਸਪੋਰਟ ਸੀ ਰੂਰਲ ਸਿੱਖ, ਯਾਨੀ ਉਹ ਸਿੱਖ ਜਿਹੜੇ ਕੱਟੜ ਇਸ ਪਾਰਟੀ ਨਾਲ ਜੁੜੇ ਸਨ, ਜਿਹੜੇ ਇਹਨੂੰ ਬਣਾਉਣ ਵਿੱਚ ਵੀ ਜਿਨ੍ਹਾਂ ਦਾ ਤਗੜਾ ਰੋਲ ਸੀ, ਉਹ ਤਾਂ ਇਹਨਾਂ ਤੋਂ ਇਨਕਾਰੀ ਹੋ ਗਏ ਇਸ ਹੱਦ ਤੱਕ ਕਿ ਉਹ ਬੋਰਡ ਲਾਣੇ ਸ਼ੁਰੂ ਕਰ ਦਿੱਤੇ ਸਨ ਕਿ ਅਕਾਲੀ ਸਾਡੇ ਪਿੰਡ ਨਾ ਆਵੇ। ਇਸ ਹੱਦ ਤੱਕ ਵੀ ਬੋਰਡ ਲੱਗੇ ਸਾਨੂੰ ਦਿਖੇ। ਹੁਣ ਉਹਦੇ ਵਿੱਚ ਕੀ ਹੋਇਆ ਕਿ ਜਿਸ ਡੈਮੋਕ੍ਰੇਸੀ ਦੀ ਅਸੀਂ ਗੱਲ ਕਰਦੇ ਹਾਂ ਉਹਦੇ ਵਿੱਚ ਸਿੱਖ ਖਾਸ ਕਰ ਮਸਲਿਆਂ ਵਿੱਚ ਦੋ ਬਹੁਤ ਅਹਿਮ ਰੋਲ ਅਦਾ ਕਰਨ ਵਾਲੇ ਸਨ, ਅਕਾਲ ਤਖਤ ਤੇ SGPC। ਜਿਵੇਂ ਤੁਸੀਂ ਜ਼ਿਕਰ ਕੀਤਾ, ਦੇਖੋ ਨਾ ਗੁਰੂ ਹਰਗੋਬਿੰਦ ਸਾਹਿਬ ਤੋਂ, ਯਾਨੀ ਉਹਨਾਂ ਸ਼ਖਸੀਅਤਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਅੱਗੇ ਅੱਜ ਵੀ ਹਰ ਜਣਾ ਸਿਰ ਨੀਵਾਂ ਕਰਦਾ ਹੈ। ਉੱਥੇ ਬਹੁਤ ਕੁਝ ਪ੍ਰਾਪਤ ਕਰਨ ਲਈ ਸਾਡੀ ਉਹ ਸੋਚ ਪਹੁੰਚਦੀ ਉੱਥੇ ਤੱਕ। ਉਹਨਾਂ ਨੂੰ ਅਸੀਂ ਮਤਲਬ ਉਸ ਪੱਧਰ ਦੀ ਜਿਹੜੀ ਸਾਡੀ ਸੀਟ ਸੀ ਅਲਟੀਮੇਟ, ਜਿਸ ਨੂੰ ਅਸੀਂ ਗਿਣਦੇ ਹਾਂ, ਜਿਹਦੇ ਅੱਗੇ ਹਰ ਸਿੱਖ ਨਤਮਸਤਕ ਹੁੰਦਾ, ਉਹਦਾ ਹੁਕਮ ਮੰਨਦਾ, ਜਿੱਥੇ ਮਹਾਰਾਜਾ ਰਣਜੀਤ ਸਿੰਘ ਵਰਗਾ ਵੀ ਆ ਕੇ ਖੜੇ ਹੋ ਸਕਦੇ ਸਨ ਕਿ ਮੈਂ ਇੱਥੋਂ ਸਜ਼ਾ ਮਿਲਣੀ, ਇਸ ਤੋਂ ਉੱਚੀ ਕੋਈ ਟੈਂਪੋਰਲ ਸੀਟ ਹੈ ਹੀ ਨਹੀਂ। ਅਸੀਂ ਹੌਲੀ ਹੌਲੀ ਇਸੇ ਪਾਰਟੀ ਵੱਲੋਂ ਜੋ ਬਹੁਤ ਵਾਰ ਆਵਾਜ਼ ਚੁੱਕੀ ਗਈ ਕਿ ਇਹ ਸੰਸਥਾਵਾਂ ਦੀ ਜੋ ਅਹਿਮੀਅਤ ਹੈ ਇਹਦੀ ਨਾ ਘਟਾਈ ਜਾਵੇ, ਕਿਉਂਕਿ ਇਹੀ ਜੇ ਧੁਰਾ ਜਿਹਦੇ ਨਾਲ ਦੁਨੀਆ ਭਰ ਦਾ ਹਰ ਸਿੱਖ ਜੁੜਿਆ ਹੋਇਆ। ਬਿਲਕੁਲ ਉਸੇ ਤਰ੍ਹਾਂ ਜਿਵੇਂ ਦਲਾਈ ਲਾਮਾ ਜੀ ਨੇ, ਜਿਵੇਂ ਪੋਪ ਹੈ, ਹਰ ਇੱਕ ਦੀ ਇੱਕ ਆਈਡੈਂਟਿਟੀ ਹੈ ਤੇ ਉਹਦੇ ਨਾਲ ਸਾਰੀ ਦੁਨੀਆ 'ਚ ਜਿੱਥੇ ਵੀ ਕਿਤੇ ਉਸ ਧਰਮ ਨੂੰ ਮੰਨਣ ਵਾਲੇ ਨੇ ਉੱਥੇ ਜੁੜਦੇ ਨੇ। ਉਸ ਅਕਾਲ ਤਖਤ ਜਾਂ SGPC ਦਾ ਜਿਸ ਤਰੀਕੇ, ਖਿਮਾ ਕਰਿਓ ਸ਼ਬਦ ਬਹੁਤ ਮਾੜਾ ਜੇ, ਪਰ ਲੋਕਾਂ ਵੱਲੋਂ ਜੋ ਬੋਲੇ ਜਾਂਦੇ ਸ਼ਬਦ ਨੇ, ਮੇਰੇ ਨਹੀਂ, ਉਹਨਾਂ ਵੱਲੋਂ ਹੀ ਜੋ ਬੋਲੇ ਜਾਂਦੇ ਉਹ ਤੁਹਾਡੇ ਨਾਲ ਸਾਂਝੇ ਕਰਦੀ ਹਾਂ ਕਿ ਪੈਰਾਂ ਥੱਲੇ ਰੋਲਿਆ। ਇਹ ਚੀਜ਼ ਆਮ ਲੋਕਾਂ ਤੋਂ ਜਾਂ ਬੁੱਧੀਜੀਵੀਆਂ ਤੋਂ ਬਰਦਾਸ਼ਤ ਨਹੀਂ ਹੁੰਦੀ, ਕਿਉਂਕਿ ਜਿਹੜੀ ਪਾਰਟੀ ਆਧਾਰ ਪੰਥ ਦੇ ਉੱਤੇ ਸੀ, ਪੰਥਕ ਸੀ, ਸਿੱਖੀ ਸੋਚ ਨੂੰ ਸਮਰਪਿਤ ਸੀ, ਸਿੱਖੀ ਦੇ ਨਾਲ ਹੀ ਤੁਰੀ ਸੀ ਅਗਾਂਹ, ਉਹੀ ਜੇ ਆਪ ਇਹਨਾਂ ਸੰਸਥਾਵਾਂ ਨੂੰ ਉਸ ਉੱਚ ਪੱਧਰ ਤੋਂ ਹੇਠਾਂ ਨੂੰ ਡੇਗਣ ਵੱਲ ਤੁਰ ਪਵੇ ਜਾਂ ਕਾਬੂ ਦੇ ਵਿੱਚ ਰੱਖਣ ਲੱਗ ਪਵੇ ਜਾਂ ਉਹਦੇ ਆਦੇਸ਼ ਮੰਨਣ ਦੀ ਥਾਂ ਤੇ ਆਪਣੇ ਹੁਕਮ ਲਾਗੂ ਕਰ ਦੇਵੇ, ਤਾਂ ਤੁਸੀਂ ਸਮਝ ਸਕਦੇ ਹੋ ਕਿ ਕੀ ਕੁਛ ਖੁਰਿਆ ਇਸ ਪਾਰਟੀ ਦੇ ਹੱਥੋਂ, ਕੀ ਕੁਛ ਗਿਆ। ਪਰ ਉਹ ਸਿਰਫ ਪਾਰਟੀ ਨਹੀਂ ਗਈ ਸੁਖਵਿੰਦਰ ਜੀ, ਅਫਸੋਸ ਤਾਂ ਸਿਰਫ ਇਹ ਹੈ ਕਿ ਦੁਨੀਆ ਦਾ ਹਰ ਸਿੱਖ ਖੇਰੋਂ ਖੇਰੋਂ ਹੋ ਗਿਆ। ਉਹ ਸਿੱਖੀ ਸੋਚ ਨੂੰ ਸਮਰਪਿਤ ਲੋਕ ਇੱਕ ਕਿੰਤੂ ਪ੍ਰੰਤੂ 'ਚ ਜੁੜ ਗਏ, ਜਿੱਥੇ ਅੱਖਾਂ ਤੇ ਪੱਟੀ ਬੰਨ੍ਹ ਕੇ ਉਸ ਹੁਕਮ ਨੂੰ ਮੰਨਣਾ ਸੀ। ਦੁਨੀਆ ਦਾ ਹਰ ਸਿੱਖ ਇਕੱਠਾ ਹੋ ਜਾਣ ਨਾਲ ਸਮਝ ਸਕਦੇ ਹੋ ਕੀ ਤਾਕਤ ਬਣਨੀ ਸੀ। ਉਹ ਤਾਕਤ ਜਦੋਂ ਖਤਮ ਕਰ ਦਿੱਤੀ ਗਈ ਤਾਂ ਕਿਸੇ ਨੂੰ ਬੰਨਣ ਵਾਲਾ ਕੋਈ ਹੈ ਹੀ ਨਹੀਂ, ਕੋਈ ਸੱਜੇ ਜਾ ਰਿਹਾ ਜੇ, ਕੋਈ ਖੱਬੇ ਜਾ ਰਿਹਾ ਜੇ,
ਕੋਈ ਆਪਣੇ ਕਾਨੂੰਨ ਬਣਾ ਰਿਹਾ ਜੇ ਤੇ ਨਤੀਜਾ ਪਤਾ ਜੇ ਕੀ ਹੈ ਕਿ ਹਰ ਰੋਜ਼ ਕਿਤੇ ਨਾ ਕਿਤੇ ਕੋਨੇ ਤੇ ਅਸੀਂ ਸੁਣਦੇ ਹਾਂ ਬੇਅਦਬੀਆਂ। ਇਹ ਨਹੀਂ ਸੀ ਹੋ ਸਕਦੀਆਂ ਜੇ ਕਿਤੇ ਸਾਡੇ ਅਕਾਲ ਤਖ਼ਤ ਜਾਂ ਐਸਜੀਪੀਸੀ ਦੀ ਉਹ ਪਾਵਰ ਹੁੰਦੀ। ਕੀ ਮਜਾਲ ਏ ਕਿਸੇ ਦੀ ਵੀ ਇਹੋ ਜਿਹੀ ਕੈਰੀ ਅੱਖ ਨਾਲ ਝਾਕਣ ਦੀ ਵੀ ਇਹ ਹੋ ਨਹੀਂ ਸੀ ਸਕਦਾ। ਇਹ ਨਤੀਜਾ ਹੀ ਉਸੇ ਚੀਜ਼ ਦਾ ਹੈ। ਹੁਣ ਅੱਗੇ ਤੁਰੀਏ ਕਿ ਇਸ ਸੰਘਰਸ਼ ਦੇ ਵਿੱਚ ਜਿੱਥੋਂ ਇਹ ਪਾਰਟੀ ਨਿਕਲੀ ਸੀ, ਬੀਬੀਆਂ ਦਾ ਅਹਿਮ ਰੋਲ, ਜ਼ਰੂਰ। ਜਿਨ੍ਹਾਂ ਨੇ ਛਾਤੀਆਂ ਤੇ ਗੋਲੀਆਂ ਖਾਧੀਆਂ, ਜਿਨ੍ਹਾਂ ਨੇ ਲੰਗਰ ਵੀ ਲਾਏ, ਕੀਰਤਨ ਵੀ ਕੀਤੇ ਤੇ ਫਿਰ ਉਹਨਾਂ ਨੇ ਘੁੜਸਵਾਰੀ ਦੇ ਨਾਲ ਨੇਜ਼ੇ ਵੀ ਚੱਕੇ। ਯਾਨੀ ਉਸ ਪੱਧਰ ਤੇ ਜਿਸ ਔਰਤ ਨੂੰ ਤਾਕਤ ਬਖਸ਼ ਕੇ ਇਹ ਪਾਰਟੀ ਦੀ ਅੱਧਾ ਹਿੱਸਾ ਵੀ ਭਾਵੇਂ ਉਹ ਪਾਵਰ ਵਿੱਚ ਸੀ ਜਾਂ ਨਹੀਂ ਸੀ, ਉਸ ਔਰਤ ਦਾ ਰੋਲ ਨਗੇਟ ਨਹੀਂ ਕੀਤਾ ਜਾ ਸਕਦਾ ਜਿੱਥੇ ਉਹਨੇ ਰੋਲ ਇੱਕ ਮਾਂ ਵਜੋਂ, ਇੱਕ ਭੈਣ ਵਜੋਂ, ਇੱਕ ਪਤਨੀ ਵਜੋਂ ਇਸ ਪਾਰਟੀ ਦੀ ਸਟਰੈਂਥ ਲਈ ਜੀ ਜਾਨ ਤੋੜ ਕੇ ਕੰਮ ਕੀਤਾ ਜੀ। ਇਸੇ ਹੀ ਤਰ੍ਹਾਂ ਦੀਆਂ ਵਿੱਚ ਟਕਸਾਲੀ ਔਰਤਾਂ ਜਿਹੜੀਆਂ ਪਿੱਛੋਂ ਆਪਣੇ ਪਿਓ ਨਾਲ ਜਾਂ ਭਰਾ ਨਾਲ ਜਾਂ ਵੱਡਿਆਂ ਦੀ ਜਿਹੜੀ ਉਹਨਾਂ ਦੀ ਇੱਥੇ ਉਹਨਾਂ ਨੇ ਆਪਣੀ ਜਾਨ ਲਾਈ, ਉਹ ਸਾਰੇ ਸੰਘਰਸ਼ ਨੂੰ ਵੇਖਦਿਆਂ ਇਹਦੇ ਉਤਾਰ ਚੜਾਅ ਦੇ ਬਾਵਜੂਦ ਨਾਲ ਜੁੜੀਆਂ ਰਹੀਆਂ। ਉਹ ਤਾਕਤ ਸੀ ਜਿਹੜੀ ਇੱਕ ਅਣਦੇਖੀ ਤਾਕਤ ਭਾਵੇਂ ਹੋਵੇ, ਪਰ ਜਿਸ ਘਰ ਵਿੱਚ ਇੱਕ ਮਾਂ ਪ੍ਰੇਰਿਤ ਹੋ ਜਾਵੇ, ਇੱਕ ਪਤਨੀ, ਇੱਕ ਧੀ ਪ੍ਰੇਰਿਤ ਹੋ ਜਾਵੇ, ਉਸ ਟੱਬਰ ਵਿੱਚ ਬਹੁਤ ਫਰਕ ਪੈਂਦਾ ਜੇ ਇੱਕ ਛੋਟੇ ਬੱਚੇ ਨੂੰ ਉਸੇ ਪਾਰਟੀ ਨਾਲ ਜੋੜਨਾ ਤੇ ਕਿੰਨੇ ਡੂੰਘੇ ਤਰੀਕੇ ਜੋੜਨਾ, ਇਹ ਸਾਨੂੰ ਸਮਝ ਆ ਸਕਦੀ ਹੈ। ਸ਼ਾਇਦ ਇਸ ਦਾ ਅੰਦਾਜ਼ਾ ਇਸ ਪਾਰਟੀ ਦੇ ਮੋਢੀਆਂ ਨੂੰ ਨਹੀਂ ਕਿ ਔਰਤ ਦਾ ਰੋਲ ਇੱਕ ਪਾਰਟੀ ਜਾਂ ਇੱਕ ਸੰਗਠਨ ਨੂੰ ਅਗਾਂਹ ਤੋਰਨ ਤੇ ਉਹਦੇ ਵਿੱਚੋਂ ਇੱਕੋ ਹੀ 1.25 ਲੱਖ ਵਾਂਗ ਨਿੱਤਰ ਕੇ ਵੀ ਜਦੋਂ ਸਾਹਮਣੇ ਆਉਣਾ ਜਾਂ ਹੋਰਨਾਂ ਨੂੰ ਇਸ ਪਾਰਟੀ ਨਾਲ ਜੋੜਨਾ, ਇਹ ਸਾਰਾ ਕੁਝ ਸ਼ਾਇਦ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਕਿਉਂਕਿ ਮੈਂ ਅੱਗੇ ਵੀ ਕਿਹਾ ਜਿਹੜੀ ਅੱਖਾਂ ਤੇ ਪੱਟੀ ਹੁੰਦੀ ਜੇ ਨਾ, ਬਹੁਤ ਖਤਰਨਾਕ ਹੁੰਦੀ ਜੇ। ਕਿਉਂਕਿ ਆਲੇ ਦੁਆਲੇ ਦੇ ਜਿਹੜੇ ਵੀ ਦੱਸਣ ਵਾਲੇ ਨੇ, ਜੋ ਸਲਾਹਕਾਰ ਹੁੰਦੇ ਨੇ, ਉਹਨਾਂ ਦਾ ਅਹਿਮ ਰੋਲ ਹੁੰਦਾ ਜੇ, ਜੋ ਕਈ ਵਾਰ ਰਾਜੇ ਨੂੰ ਆਪਣੇ ਹਿਸਾਬ ਨਾਲ ਘੁਮਾ ਕੇ ਆਪਣਾ ਸਵਾਰਥ ਦੇਖਣ ਲੱਗ ਜਾਂਦੇ ਨੇ ਤੇ ਉਹੀ ਕਾਰਨ ਫਿਰ ਨਿਵਾਣ ਵੱਲ ਜਾਣ ਦਾ ਹੁੰਦਾ ਜੀ। ਤੋ ਇਹੀ ਕੁਛ ਵਾਪਰ ਰਿਹਾ ਜੇ ਹੌਲੀ ਹੌਲੀ, ਜਿੱਥੇ ਹੁਣ ਅਲਟੀਮੇਟ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਪਾਰਟੀ ਨਾਲ ਕੋਈ ਨਵੇਂ ਲੋਕ ਜੁੜਨੇ ਬੜੀ ਸਵਾਗਤ ਕਦਮ ਹੁੰਦਾ ਜੇ, ਬਹੁਤ ਖੁਸ਼ੀ ਦੀ ਗੱਲ ਹੁੰਦੀ ਜੇ, ਉਹ ਪਾਰਟੀ ਦੇ ਵਿਕਾਸ ਦਾ ਆਧਾਰ ਬਣਦੇ। ਪਰ ਜਦੋਂ ਤੁਸੀਂ ਆਪਣੀ ਇੱਕ ਨੀਂਹ ਤੋੜ ਕੇ ਹੋਰ ਤੋੜ ਦਿੰਦੇ ਹੋ, ਦੇਖੋ ਨਾ ਇੱਕ ਮੰਜੇ ਦੇ 4 ਪਾਵੇ ਜੇ, ਤੁਸੀਂ ਇੱਕ ਪਾਵਾ ਵੱਢ ਕੇ ਸੈਂਟਰ ਵਿੱਚ ਸਪੋਰਟ ਦੇ ਦਿਓ, ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਸੁਖਵਿੰਦਰ ਜੀ, ਬਹਿ ਕੇ ਦੇਖ ਲਓ ਮੰਜਾ ਫੇਰ ਵੀ ਉਸ ਪਾਸਿਓਂ ਜਾਊਗਾ। ਤੋ ਇੱਕ ਐਕਸਟਰਾ ਸਪੋਰਟ ਹੋਣੀ ਤਾਂ ਫਾਇਦਾ ਦੇ ਸਕਦਾ ਹੈ, ਪਰ ਉਹਦਾ ਅਸਲ ਪਾਵਾ ਵੱਢ ਦੇਣ ਨਾਲ ਉਹ ਸਪੋਰਟ ਨਹੀਂ ਹੋ ਸਕਦੀ, ਉਹ ਹਮੇਸ਼ਾ ਹੀ ਟੁੱਟੇਗੀ। ਤੋ ਅਸੀਂ ਬਹੁਤ ਸਾਰੇ ਹੌਲੀ ਹੌਲੀ ਟਕਸਾਲੀ ਇੱਥੋਂ ਵੱਖ ਹੁੰਦੇ ਵੇਖੇ, ਤਗੜੇ ਤਗੜੇ ਨਾਮ ਜਿਹੜੇ ਸਿਤਾਰਿਆਂ ਵਾਂਗ ਲਿਸ਼ਕਦੇ ਸਭ ਟੁੱਟੇ। ਉਹਨਾਂ ਦੇ ਨਾਲ ਹੇਠਾਂ ਉਹ ਇਕੱਲੇ ਨਹੀਂ ਟੁੱਟੇ, ਉਹਨਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸਨ। ਉਹਨਾਂ ਵਿੱਚ ਸ਼ਾਇਦ ਤੁਹਾਡੇ ਮੇਰੇ ਵਰਗੇ ਵੀ ਕਈ ਹੋਣਗੇ ਜਿਹੜੇ ਨਾ ਸਾਹਮਣੇ ਆਉਂਦੇ ਹੋਣ, ਪਰ ਅੰਦਰ ਖਾਤੇ ਇੱਕ ਦਿਲ ਵਿੱਚ ਪੋਜ਼ਿਟਿਵ ਲੈ ਕੇ ਤੁਰਦੇ ਹੋਣਗੇ ਕਿ ਚਲੋ ਜਿਵੇਂ ਦਾ ਵੀ ਹੈ, ਘੱਟੋ ਘੱਟ ਸਾਡੇ ਇਸ ਖੇਤਰ ਦੀ ਕੁਛ ਤਾਂ ਬਿਹਤਰੀ ਲਈ ਕੰਮ ਹੋਏਗਾ। ਸੋ ਉਹ ਸਪੋਰਟ ਜਿਹੜੀਆਂ ਸਾਇਲੈਂਟ ਵੀ ਸਨ, ਉਹ ਵੀ ਹੌਲੀ ਹੌਲੀ ਟੁੱਟੀਆਂ। ਤੇ ਫਿਰ ਪਾਰਟੀ ਦਾ ਅਹਿਮ ਮੁੱਦਾ ਇੱਕ ਹੋਰ ਵੀ ਹੁੰਦਾ ਜੇ, ਨੌਜਵਾਨ ਪੀੜ੍ਹੀ। ਜੀ। ਨੌਜਵਾਨ ਪੀੜ੍ਹੀ ਜਦੋਂ ਨਾਲ ਜੁੜਨ ਲੱਗ ਜਾਵੇ, ਫਿਰ ਕਿਸੇ ਵੀ ਹਾਲ ਵਿੱਚ ਤੁਸੀਂ ਉਸ ਪਾਰਟੀ ਨੂੰ ਹਰਾ ਨਹੀਂ ਸਕਦੇ। ਤੋ ਉਹ ਨੌਜਵਾਨ ਪੀੜ੍ਹੀ ਜਿਹੜੀ ਪੁਰਾਣੇ ਸਮੇਂ ਨੂੰ ਮੌਜੂਦਾ ਸਮੇਂ ਦੇ ਨਾਲ ਜੋੜਦਿਆਂ ਇੱਕ ਸੋਚ ਵਿੱਚ ਬਦਲਾਅ ਵੀ ਲਿਆਉਂਦੀ ਜੇ ਤੇ ਉਹ ਇੱਕ ਪੋਜ਼ਿਟਿਵ ਤਰੀਕੇ ਅਗਾਂਹ ਵੀ ਤੁਰਦੀ ਜੇ। ਯਾਨੀ ਉਹਨੇ ਪਿਛਲੇ ਮਸਲੇ ਵੀ ਚੱਕਣੇ ਹੁੰਦੇ ਜੇ ਪਾਰਟੀ ਦੇ, ਪਿਛਲਾ ਇਤਿਹਾਸ ਵੀ ਸਾਂਭਣਾ ਹੁੰਦਾ ਤੇ ਫਿਰ ਮੌਜੂਦਾ ਸਮੇਂ ਦੀਆਂ ਲੋੜਾਂ ਅਨੁਸਾਰ ਉਸ 'ਚ ਥੋੜ੍ਹੀਆਂ ਬਹੁਤ ਚੇਂਜਿਸ ਕਰਕੇ ਉਹਨੂੰ ਅੱਜ ਦਾ ਹਾਣੀ ਵੀ ਬਣਾਉਣਾ ਹੁੰਦਾ। ਜੇ ਇਸ ਵੇਲੇ ਅਸੀਂ ਧਿਆਨ ਮਾਰੀਏ ਪਿੰਡਾਂ ਵਿੱਚ, ਨੌਜਵਾਨ ਬਹੁਤੇ ਸਪੋਰਟ ਵਿੱਚ ਨਹੀਂ ਹਨ ਤੇ ਜਿਹੜੇ ਹਨ ਉਹ
ਛੇਤੀ ਕੁਝ ਹਾਸਲ ਕਰ ਲੈਣ ਦੇ ਚੱਕਰ ਵਿੱਚ ਫਿਰ ਰਹੇ ਨੇ ਕਿ ਜੇ ਇੱਧਰ ਨਹੀਂ ਤਾਂ ਫਿਰ ਕਿਉਂਕਿ ਉਹ ਮਨਾਂ ਵਿੱਚ ਮੰਗ ਹੁੰਦੀ ਜੇ ਤੇ ਨੌਜਵਾਨ ਖੂਨ ਤੁਹਾਨੂੰ ਪਤਾ ਜੇ ਕਿਵੇਂ ਉਬਾਲੇ ਖਾਂਦਾ ਜੇ ਕਿ ਜੇ ਭਾਈ ਨਹੀਂ ਇਹ ਉੱਠ ਰਹੀ ਤਾਂ ਚਲੋ ਛੱਡੋ ਇੱਕ ਹੋਰ ਪਾਰਟੀ, ਚਲੋ ਤੀਸਰੀ। ਯਾਨੀ ਉਹਨਾਂ ਨੂੰ ਸਥਾਈ ਤੌਰ ਤੇ ਨਾਲ ਬੰਨ੍ਹਣਾ ਤੇ ਫਿਰ ਉਹਨਾਂ ਲਈ ਕੁਝ ਅਜਿਹੇ ਕਾਰਜ ਆਰੰਭਣਾ ਜਿਨ੍ਹਾਂ ਵਿੱਚ ਉਹ ਇਸ ਪਾਰਟੀ ਨਾਲ ਚੰਗੀ ਪੱਕੀ ਪੀਡੀ ਗੰਢ ਬੰਨ੍ਹ ਲੈਣ ਕਿ ਮੈਂ ਇਸੇ ਨਾਲ ਤੁਰਨਾ ਹੈ, ਉਹਨਾਂ ਨੂੰ ਕੋਈ ਸਿੱਖੀ ਸੋਚ ਦੇ ਅਨੁਸਾਰ ਤੋਰਨਾ। ਪਰ ਅਸੀਂ ਇਹ ਦੇਖਿਆ ਕਿ ਹੌਲੀ-ਹੌਲੀ ਇਹਨੇ ਸੈਕੂਲਰ ਦੇ ਚੱਕਰ ਵਿੱਚ ਕਿ ਮੈਂ ਨੈਸ਼ਨਲ ਪਹੁੰਚਣਾ ਹੈ, ਮੈਂ ਤਾਂ ਇੰਟਰਨੈਸ਼ਨਲ ਵੀ ਪਹੁੰਚਣਾ ਹੈ ਦੇ ਚੱਕਰ ਵਿੱਚ ਉਹ ਜਿਹੜੀ ਅਸਲ ਮੁੱਦੇ ਸਨ ਪੰਥਕ, ਉਹ ਗਾਇਬ ਹੀ ਹੋ ਗਿਆ। ਤੋ ਨੌਜਵਾਨ ਪੀੜ੍ਹੀ ਜਿਹਨੂੰ ਕਿਤੇ ਅਸੀਂ ਸੋਚਦੇ ਸਾਂ ਕਿ ਇਹ ਸਿੱਖੀ ਸੋਚ ਨੂੰ ਅਗਾਂਹ ਲਿਜਾਏਗੀ ਕਿਉਂਕਿ ਪਾਰਟੀ ਪੰਥਕ ਸੀ, ਉਹ ਨਦਾਰਦ। ਬਹੁਤ ਸਾਰੇ, ਖਿਮਾ ਕਰਿਓ ਮੈਂ ਕਿਸੇ ਤੇ ਉਂਗਲ ਨਹੀਂ ਚੱਕ ਰਹੀ, ਪਰ ਜਿਵੇਂ ਕਿਉਂਕਿ ਸਿੱਖੀ ਸੋਚ ਦੀ ਗੱਲ ਹੈ ਤੇ ਪੰਥ ਦੀ ਗੱਲ ਹੈ, ਜਿੱਥੇ ਐਸਜੀਪੀਸੀ ਜਾਂ ਅਕਾਲ ਤਖਤ, ਉੱਥੇ ਭਾਰੀ ਗਿਣਤੀ ਉਹ ਲੋਕ ਸ਼ਾਮਲ ਹੋਏ ਜਿਹੜੇ ਸਿੱਖ ਯਾਨੀ ਪਹਿਰਾਵੇ ਤੋਂ ਵੀ ਪਰਾਂ ਸਨ, ਨਾ ਕੇਸ ਸਨ, ਨਾ ਦਸਤਾਰ ਸੀ। ਤੋ ਉਹ ਸਾਰਾ ਕੁਝ ਗਾਇਬ ਹੋਣ ਨਾਲ ਇਹਦਾ ਬਾਹਰਲੀ ਜੋ ਦਿੱਖ ਵੀ ਹੁੰਦੀ ਜੇ, ਕਈ ਵਾਰ ਬੰਦਾ ਉਸਦੇ ਤੋਂ ਹੀ ਭਰਮਾਇਆ ਜਾਂਦਾ ਹੈ, ਪਰ ਉਹ ਵੀ ਨਾ ਹੋਣ ਕਾਰਨ ਤੇ ਨੌਜਵਾਨ ਪੀੜ੍ਹੀ ਵਿੱਚ ਸਿੱਖੀ ਸੋਚ ਨਦਾਰਦ ਹੋਣੀ ਤੇ ਜਿਸ ਤਰੀਕੇ ਦੇ ਟੀਵੀਆਂ ਦੇ ਵਿੱਚ ਜਿਵੇਂ ਦੇ ਮੋਟਰਸਾਈਕਲਾਂ ਤੇ ਦਿਖਾਏ ਜਾਣੇ ਨੌਜਵਾਨ ਜੋ ਹੂਟਿੰਗ ਕਰਦੇ ਤੇ ਭਗਤੀ ਸ਼ਬਦਾਵਲੀ ਵਰਤਦਿਆਂ, ਸੁਖਵਿੰਦਰ ਜੀ ਤੁਸੀਂ ਸਮਝ ਸਕਦੇ ਹੋ ਕਿ ਸੂਝਵਾਨ ਲੋਕ ਜਿਹੜੇ ਆਪਣੇ ਘਰਾਂ ਵਿੱਚ ਨੌਜਵਾਨ ਪੀੜ੍ਹੀ ਨੂੰ ਸ਼ਾਇਦ ਇਸ ਪਾਸੇ ਤੋਰਦੇ, ਉਹ ਆਪ ਹੀ ਆਪਣੇ ਆਪ ਨੂੰ ਪਿਛਾਂਹ ਖਿੱਚ ਕੇ ਬੈਠ ਗਏ ਨੇ ਕਿ ਹੁਣ ਜੋ ਤਗੜਾ ਜ਼ੋਰ, ਕਿਉਂਕਿ ਕਿਸੇ ਵੀ ਪਾਰਟੀ ਦਾ ਜ਼ਿੰਮਾ ਉਹਦੇ ਹਾਕਮ ਧਿਰ ਦੇ ਵਿੱਚ ਜਿਹੜਾ ਲੀਡਰ ਹੈ ਉਹਦੇ ਉੱਤੇ ਹੀ ਪੈਂਦਾ ਜੀ। ਉਹ ਨਾ ਸਿਰਫ ਪੋਲੀਟੀਕਲ ਪਾਰਟੀ ਬਲਕਿ ਕੋਈ ਵੀ ਇੰਸਟੀਟਿਊਸ਼ਨ ਹੋਵੇ, ਜਦੋਂ ਉਹਦਾ ਨਿਗਾਰ ਹੋ ਰਿਹਾ ਹੋਵੇ, ਉਂਗਲ ਹਮੇਸ਼ਾ ਉਹਦਾ ਲੀਡਰ ਹੀ ਆਪ ਉਹਦੇ ਵੱਲ ਚੁੱਕੀ ਜਾਂਦੀ ਜੇ। ਤੇ ਇਹੀ ਕਾਰਨ ਜੇ ਅੱਜ ਇਸ ਨਿਗਾਰ ਦੇ ਲਈ ਸਿੱਧੀ ਉਂਗਲ ਇਹਦੇ ਲੀਡਰ ਤੇ ਚੱਕੀ ਜਾ ਰਹੀ ਹੈ ਕਿ ਇਹ ਤਬਦੀਲ ਹੋਵੇ ਤਾਂ ਹੀ ਪਾਰਟੀ 'ਚ ਜਾਨ ਪਵੇਗੀ। ਜੀ ਮੈਡਮ, ਮੈਂ ਦੂਸਰਾ ਤੇ ਆਖਰੀ ਸਵਾਲ ਦੇ ਵਿੱਚ ਇਸ ਸੈਗਮੈਂਟ ਨੂੰ ਲਵਾਂਗਾ, ਤੁਸੀਂ ਹੱਲ ਵੱਲ ਵੀ ਜਾਇਓ ਅਖੀਰ ਦੇ ਵਿੱਚ ਕਿ ਕਾਰਨ ਕਿ ਅਸੀਂ ਹੁਣ ਜੇ ਅਕਾਲੀ ਦਲ ਬੈਕਫੁੱਟ ਤੇ ਹੈ, ਜੇ ਉਹ ਵਾਪਸੀ ਮਤਲਬ ਕਰਨਾ ਚਾਹੁੰਦਾ ਪੰਥਕ ਮਸਲਿਆਂ ਤੇ ਜਾਂ ਪੰਜਾਬ ਦੇ ਮਸਲਿਆਂ ਦੇ ਉੱਤੇ, ਤਾਂ ਉਹ ਕੀ ਮਤਲਬ ਕਿਹੜਾ ਰੋਡ ਮੈਪ ਅਪਣਾਵੇ ਜਾਂ ਕੀ ਏਜੰਡਾ ਹੋਵੇ ਉਹਨਾਂ ਦਾ, ਉਹਦੇ ਉੱਤੇ ਆਇਓ। ਪਰ ਇੱਥੇ ਵਿੱਚ ਦੋ ਚਾਰ ਸਵਾਲ ਮੈਂ ਜੋੜਦਾ ਕਿ ਇੱਕ ਤਾਂ ਜਿਹੜਾ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਸਰਕਾਰ ਨਾਲ ਜੋ ਅਮੈਂਡਮੈਂਟ ਕੀਤੀ ਹੈ ਸਰਕਾਰ ਨੇ, ਗਵਰਨਰ ਸਾਹਿਬ ਤੱਕ ਪਹੁੰਚੀ ਹੈ, ਇਹ ਜੋ ਟਕਰਾਅ ਦੀ ਸਥਿਤੀ ਬਣੀ ਹੈ, ਕੀ ਅਸੀਂ ਇਸ ਨੂੰ ਜਾਇਜ਼ ਠਹਿਰਾ ਸਕਦੇ ਹਾਂ? ਕਿਉਂਕਿ ਅਕਾਲੀ ਦਲ ਦੇ ਹੋਰ ਵੀ ਬਹੁਤ ਤਰਕ ਨੇ ਕਿ ਬਾਕੀ ਗੁਰੂ ਘਰਾਂ ਤੋਂ ਵੀ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਹੈ ਤੇ ਉਹ ਸਿਰਫ ਦਰਬਾਰ ਸਾਹਿਬ ਦੇ ਪ੍ਰਸਾਰਣ ਨੂੰ ਲੈ ਕੇ ਹੀ ਕਿਉਂ ਇੰਨਾ ਰੌਲਾ ਰੱਪਾ ਪੈ ਰਿਹਾ? ਕੀ ਇਹ ਸਿਰਫ ਅਕਾਲੀ ਦਲ ਦੇ ਬਾਦਲ ਪਰਿਵਾਰ ਨੂੰ ਸੱਟ ਮਾਰਨ ਲਈ ਹੈ? ਕਿਉਂਕਿ ਜੇ ਗੁਰਬਾਣੀ ਦਾ ਪ੍ਰਸਾਰਣ ਬੰਦ ਹੁੰਦਾ ਹੈ ਜਾਂ ਉਸ ਤਰੀਕੇ ਨਾਲ ਨਹੀਂ ਪਹੁੰਚਦਾ ਦੇਸ਼ ਦੁਨੀਆ ਭਰ ਦੇ ਵਿੱਚ, ਤਾਂ ਉਹਦੇ ਸਿੱਟੇ ਕੀ ਨਿਕਲਣਗੇ? ਦੂਜੀ ਗੱਲ ਇਹ ਹੈ ਕਿ ਐਸਜੀਪੀਸੀ ਜਾਂ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਹੜ੍ਹਾਂ ਦੀ ਸਥਿਤੀ ਜਿੱਦਾਂ ਦੀ ਭੂਮਿਕਾ ਨਿਭਾਈ ਹੈ ਉਹਨੂੰ ਮੀਡੀਆ ਉਸ ਤਰੀਕੇ ਨਾਲ ਨਹੀਂ ਪ੍ਰਚਾਰ ਰਿਹਾ। ਮਤਲਬ ਕੀ ਕਿਹਾ ਜਾਵੇ ਕਿ ਕੀ ਇਹ ਕਹਿਣਾ ਚਾਹੁੰਦੇ ਨੇ ਕਿ ਤੁਸੀਂ ਪਿਛਲੀਆਂ ਗੱਲਾਂ ਭੁੱਲ ਜਾਓ, ਰਾਮ ਰਹੀਮ ਨੂੰ ਮਾਫੀ ਦੇਣਾ ਜਾਂ ਬੇਅਦਬੀਆਂ ਦੇ ਦੌਰ ਦੇ ਵਿੱਚ ਕਿੱਦਾਂ ਰਿਹਾ, ਜਾਂ ਅਕਾਲੀ ਦਲ ਭਾਜਪਾ ਦੇ ਨਾਲ ਰਹਿੰਦਿਆਂ ਪੰਜਾਬ 'ਚ 10 ਸਾਲ ਹੰਢਾਏ ਉਹ ਦੌਰ ਕਿੱਦਾਂ ਦਾ ਰਿਹਾ, ਕੀ ਕਾਰਨ ਰਿਹਾ ਕਿ ਲੋਕਾਂ ਨੇ ਤੁਹਾਨੂੰ ਪਿੱਛੇ ਕੀਤਾ, ਕੀ ਉਹਨੂੰ ਭੁਲਾ ਦਿੱਤਾ ਜਾਵੇ? ਠੀਕ ਹੈ, ਮੌਕੇ ਦੇ ਉੱਤੇ ਜੋ ਤੁਸੀਂ ਕਰ ਰਹੇ ਹੋ ਠੀਕ ਆ। ਨਾਲ ਇੱਕ ਹੋਰ ਸਵਾਲ ਉਹ ਹੈ ਬੀਜੇਪੀ ਨੂੰ ਲੈ ਕੇ ਕਿ ਇਹੋ ਜਿਹੇ ਕੀ ਕਾਰਨ ਨੇ ਕਿ ਮੋਦੀ ਸਾਹਿਬ ਵੀ ਸਿਫਤ ਕਰ ਰਹੇ ਨੇ ਐਨਡੀਏ ਦੀ ਮੀਟਿੰਗ ਦੇ ਵਿੱਚ, ਤੁਸੀਂ ਨਹੀਂ ਗਏ ਉਹ ਵੱਖਰੀ ਗੱਲ ਹੈ, ਸੁਖਦੇਵ ਸਿੰਘ ਢੀਂਡਸਾ ਉੱਤੇ ਗਏ, ਬਾਕੀ ਤੁਹਾਡੀ ਭੂਮਿਕਾ ਕਿੱਦਾਂ ਦੀ ਗਾਂਹ ਜਾ ਕੇ ਹੋਣੀ ਚਾਹੀਦੀ ਹੈ? ਤੁਸੀਂ ਕਹਿੰਦੇ ਹੋ ਕਿ ਅਸੀਂ 2024 ਇਕੱਲਿਆਂ ਲੜਨਾ ਆ, ਇਕੱਲਿਆਂ ਲੜ ਲਓਗੇ, ਪਰ ਲੋਕਾਂ ਦੇ ਵਿੱਚ ਜਿਹੜੀ ਤੁਹਾਡੀ ਛਾਪ ਬਣੀ ਹੋਈ ਹੈ ਉਹਨੂੰ ਕਿੱਦਾਂ ਤੁਸੀਂ ਹਟਾਓਗੇ ਜਾਂ ਉਹਦੇ ਉੱਤੇ ਕਿੱਦਾਂ ਕੰਮ ਕਰੋਗੇ? ਇਹ ਬਹੁਤ ਸਾਰੇ ਸਵਾਲ ਨੇ ਕਿ ਕਾਰਨ ਕੀ ਹੈ ਕਿ ਤੁਹਾਡੇ ਅੰਦਰ ਵੀ ਬੀਜੇਪੀ ਦਾ, ਜਿਵੇਂ ਉਹ ਬੀਜੇਪੀ ਵਾਲੇ ਕਹਿੰਦੇ ਨੇ, ਰਾਜਨਾਥ ਸਿੰਘ ਕਹਿੰਦੇ ਕਿ ਦਿਲ ਤੇ ਸਾਡੇ ਆਪਸ 'ਚ ਮਿਲਦੇ ਨੇ, ਕਿ ਦਿਲ ਮਿਲੇ ਦੀਆਂ ਗੱਲਾਂ ਨੇ, ਤੇ ਫਿਰ ਕਿਉਂ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਆ? ਜਾਂ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਕੱਠਿਆਂ ਏਦਾਂ ਕੇਂਦਰ ਦੇ ਵਿੱਚ ਕੋਈ ਭਾਈਵਾਲੀ ਪਾਉਣੀ ਹੈ, ਸਾਂਝ ਪਾਉਣੀ ਹੈ, ਤਾਂ ਫਿਰ ਤੁਹਾਡੇ ਅਸੂਲ ਕਿੱਥੇ ਗਏ? ਤੁਸੀਂ ਅਕਾਲੀ ਕਿੱਥੋਂ ਰਹੇ, ਤੁਸੀਂ ਪੰਥਕ ਕਿੱਥੋਂ ਰਹੇ? ਇੱਥੇ ਗੱਲ ਮੁਕਾਇਓ ਆ। ਹਾਂਜੀ ਬਿਲਕੁਲ। ਦੇਖੋ, ਜੇ ਅੱਜ ਤੁਸੀਂ ਕਿਸੇ ਟਾਈਮ 2 ਮਿੰਟ ਕੱਢ ਕੇ ਚੈਨਲ ਜੇ ਸਾਰੀਆਂ ਫਰੋਲੋਗੇ ਨਾ, ਤੁਹਾਨੂੰ ਦਿਸਣਗੀਆਂ ਘੱਟੋ ਘੱਟ 16 ਜਾਂ 17
ਅਜਿਹੀਆਂ ਚੈਨਲਸ ਨੇ ਜਿੱਥੇ ਤੁਸੀਂ ਵੱਖੋ ਵੱਖਰੇ ਮੰਦਰਾਂ ਚੋਂ ਭਜਨ ਸੁਣ ਸਕਦੇ ਹੋ ਤੇ ਦੇ ਸਾਰੇ ਦਿਨ ਦੇ ਜੋ ਵੀ ਕੰਮ ਚੱਲਦੇ ਨੇ, ਜਿਸ ਤਰੀਕੇ ਦੇ ਕਾਰਜ, ਉਹ ਸਾਰਿਆਂ ਬਾਰੇ ਉਹਨਾਂ ਦੀ ਡਿਟੇਲ ਆਉਂਦੀ ਜੇ। ਬਹੁਤ ਪਿਆਰੇ ਕਈ ਤਾਂ ਭਜਨ ਹੁੰਦੇ ਨੇ, ਤੁਸੀਂ ਯਾਨੀ ਮੰਤਰ ਮੁਗਧ ਹੋ ਜਾਂਦੇ ਹੋ। ਇਸੇ ਤਰ੍ਹਾਂ ਬਹੁਤ ਸਾਰੇ ਈਦਗਾਹ ਨੇ ਜਿੱਥੇ ਉਹਨਾਂ ਦੇ ਲਈ ਵੀ 3-4 ਚੈਨਲ ਤੁਹਾਨੂੰ ਦਿਸ ਜਾਣਗੇ, ਜਿੱਥੇ ਉਹਨਾਂ ਦੀ ਅਲੱਗ-ਅਲੱਗ ਜਿਵੇਂ ਸਮਿਆਂ ਦੀ ਉੱਥੇ ਅੰਦਰ ਦਾ ਪ੍ਰਸਾਰਣ ਜਿੱਥੇ ਦਿਖਾਇਆ ਜਾਂਦਾ। ਬਿਲਕੁਲ ਇੰਝ ਹੀ ਤੁਸੀਂ ਕਈ ਚਰਚ ਨੇ ਜਿੱਥੋਂ ਦਾ ਤੁਸੀਂ ਪ੍ਰੋਗਰਾਮ ਦੇਖ ਸਕਦੇ ਹੋ ਇੱਥੇ, ਕਿ ਇਸ ਵੇਲੇ ਇਹ ਬੋਲ ਰਹੇ ਨੇ ਇੱਥੋਂ, ਤਾਂ ਉਹ ਸਿਫਤ ਈਸਾ ਮਸੀਹ ਦੀ ਹੁੰਦੀ ਤੁਸੀਂ ਸੁਣ ਸਕਦੇ ਹੋ। ਬਿਲਕੁਲ ਇੰਝ ਹੀ ਬਹੁਤ ਸਾਰੇ ਹੋਰ ਗੁਰਦੁਆਰੇ ਜਿਵੇਂ ਜ਼ਿਕਰ ਕੀਤਾ, ਜਿਨ੍ਹਾਂ ਦਾ ਕਈ ਚੈਨਲਸ ਕਾਫੀ ਪੈਸੇ ਲੈ ਕੇ ਉਹਨਾਂ ਦਾ ਪ੍ਰਸਾਰਣ ਵੱਖੋ ਵੱਖਰੀਆਂ ਥਾਵਾਂ ਤੋਂ ਕਰ ਰਹੇ ਨੇ। ਉਹ ਚੈਨਲ ਪੈਸਾ ਲੈ ਰਹੇ ਨੇ, ਬਕਾਇਦਾ ਗੁਰਦੁਆਰਾ ਪੈਸਾ ਦੇ ਰਿਹਾ ਉਹਨਾਂ ਨੂੰ। ਹੁਣ ਇਹ ਸਾਰੀਆਂ ਚੀਜ਼ਾਂ ਨੂੰ ਵੇਖਦਿਆਂ ਜੇ ਸਮਝ ਰੱਖਦਾ ਹੋਏਗਾ ਜਿਹੜਾ ਵੀ, ਉਹਨੂੰ ਇੰਨਾ ਕੁ ਤਾਂ ਦਿਸ ਹੀ ਜਾਂਦਾ ਹੈ ਵੀ ਇਹ ਪਿਓਰ ਪੋਲੀਟੀਕਲ ਮੁੱਦਾ ਚੁੱਕਿਆ ਗਿਆ। ਤੇ ਮੈਂ ਕਿਤੇ ਨਾ ਕਿਤੇ ਪੀੜ ਮਹਿਸੂਸ ਕਰਦੀ ਹਾਂ ਕਿ ਸਿੱਖੀ ਮਸਲਿਆਂ ਦੇ ਵਿੱਚ, ਜਿੱਥੇ ਇੰਨਾ ਅਹਿਮ ਮਸਲਾ ਹੋਵੇ, ਜਿੱਥੇ ਗੱਲ ਹੋ ਰਹੀ ਹੋਏ ਕਿ ਤੁਸੀਂ ਕੀਰਤਨ ਸੁਣ ਰਹੇ ਹੋ, ਜਿੱਥੇ ਸ਼ਾਇਦ ਉਹ ਕੀਰਤਨ ਬਹੁਤ ਸਾਰੇ ਡਿਪਰੈਸ਼ਨ ਚ ਗਿਆ ਨੂੰ ਠੀਕ ਕਰਦਾ ਹੋਏ, ਬਹੁਤ ਸਾਰੇ ਬਜ਼ੁਰਗ ਜਿਹੜੇ ਤੁਰ ਫਿਰ ਨਹੀਂ ਸਕਦੇ ਉਹ ਇਹਦੇ ਵਿੱਚੋਂ ਆਨੰਦਿਤ ਮਹਿਸੂਸ ਕਰਦੇ ਹੋਣ, ਜਾਂ ਤੁਹਾਨੂੰ ਬਹੁਤ ਸਿਵੀਅਰ ਟੈਨਸ਼ਨ ਵਿੱਚੋਂ ਰਿਲੈਕਸੇਸ਼ਨ ਲੈਣੀ ਹੋਵੇ, ਜਾਂ ਕੰਮਕਾਰ ਵਿੱਚੋਂ ਕੁਛ ਸਹਿਜ ਹੋਣਾ ਹੋਵੇ, ਬਹੁਤ ਕੁਛ ਦੇ ਵਿੱਚ ਜੇ ਇਹੋ ਜਿਹੀ ਚੀਜ਼ ਤੇ ਪੰਜਾਬ ਦੇ ਅੰਦਰ ਸਿੱਧੇ ਤੌਰ ਤੇ ਟੱਕਰ ਇੱਕ ਤਰੀਕੇ ਲੈਣ ਦੀ ਗੱਲ ਹੋਵੇ, ਤਾਂ ਵੀਰਾ ਇਹ ਅਸਲ ਵਿੱਚ ਸਾਡਾ ਅਕਾਲ ਤਖ਼ਤ ਤੇ ਐਸਜੀਪੀਸੀ ਜੋ ਸੁਪਰੀਮ ਪਾਵਰ ਸੀ ਉਹਦੀ ਕਮਜ਼ੋਰੀ ਜੇ। ਵਰਨਾ ਇੱਕ ਆਵਾਜ਼ ਹੁੰਦੀ ਤਾਂ ਪੂਰਾ ਪੰਜਾਬ ਉਬਲਦਾ ਤੇ ਪੰਜਾਬੋਂ ਬਾਹਰ ਹਰ ਸਿੱਖ ਉਬਲ ਜਾਂਦਾ। ਕਿਉਂਕਿ ਇਹ ਚੀਜ਼ ਕਿ ਗੁਰਬਾਣੀ ਤੇ ਪੋਲੀਟੀਕਲ ਤੁਸੀਂ ਗੱਲ ਇੱਕ ਪਾਸੇ ਸੋਚ ਲਓ ਕਿ ਕਬਜ਼ਾ ਹੋਣਾ, ਇਹ ਕਿਹੜਾ ਸਿੱਖ ਬਰਦਾਸ਼ਤ ਕਰ ਸਕਦਾ ਹੈ। ਪਰ ਕਿਉਂਕਿ ਅਸੀਂ ਸਿੱਖੀ ਸੋਚ ਹੀ ਨਦਾਰਦ ਕਰ ਦਿੱਤੀ, ਉਹ ਅਸੀਂ ਜੋੜਨ ਵਾਲੀ ਇੱਕ ਧਿਰੀ ਨਹੀਂ ਰਹਿਣ ਦਿੱਤੀ, ਉਹ ਧੁਰਾ ਹੀ ਖਤਮ ਕਰ ਦਿੱਤਾ। ਸੋ ਉਹੀ ਨਤੀਜਾ ਜੇ ਜਿਹੜਾ ਅਸੀਂ ਅੱਜ ਭੁਗਤ ਰਹੇ ਹਾਂ। ਪਰ ਮੈਂ ਫਿਰ ਵੀ ਵਿੱਚੋਂ ਬੜੀ ਸਲੂਟ ਕਰਦੀ ਹਾਂ ਆਪਣੇ ਹਰ ਹਿੰਦੂ ਵੀਰ ਨੂੰ, ਹਰ ਈਸਾਈ ਵੀਰ ਨੂੰ, ਕਿ ਜ਼ਰੂਰਤ ਨਹੀਂ ਸਰਕਾਰ ਕਰ ਸਕੀ ਅੱਜ ਦੁਰਗਿਆਨਾ ਮੰਦਿਰ ਤੇ ਇਹੋ ਜਿਹੀ ਰੋਕ ਲਾ ਸਕੇ, ਜ਼ਰੂਰਤ ਨਹੀਂ ਕਰ ਸਕੀ ਸਰਕਾਰ ਕਿ ਅੱਜ ਕਿਸੇ ਕ੍ਰਿਸਚਨ ਨੂੰ ਇਹ ਕਹਿ ਸਕੇ ਕਿ ਇਸ ਤੁਹਾਡੇ ਚਰਚ ਦੇ ਉੱਤੇ ਅਸੀਂ ਕਾਬਜ਼ ਹੋਣ ਲੱਗੇ ਹਾਂ। ਇਹਦਾ ਮਤਲਬ ਹੈ ਉਹਨਾਂ ਦੀ ਪਾਵਰ ਬਰਕਰਾਰ ਹੈ। ਸ਼ੁਕਰ ਹੈ ਕਿਸੇ ਦੀ ਤਾਂ ਹੈ, ਇਹ ਜੁੜੀ ਰਵੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਬੀਜੇਪੀ ਦੇ ਜੋ ਵੀ ਮਰਜ਼ੀ ਹੋਏ, ਸੈਲਿਊਟ ਹੈ ਕਿ ਉਹਨਾਂ ਨੇ ਆਪਣਾ ਏਜੰਡਾ ਛੱਡਿਆ ਨਹੀਂ। ਇਹ ਅਸਲ ਤਾਕਤ ਹੁੰਦੀ ਜੇ ਕਿਸੇ ਪਾਰਟੀ ਦੀ, ਉਹਨੇ ਅਸਲ ਏਜੰਡਾ ਕਦੇ ਵੀ ਨਹੀਂ ਛੱਡਿਆ। ਹਿੰਦੂ ਰਾਸ਼ਟਰ ਬਣਾਉਣਾ ਉਹਨਾਂ ਦੀ ਸੋਚ ਸੀ, ਉਹਨਾਂ ਨੇ ਬਿਲਕੁਲ ਖੁੱਲ ਕੇ ਸਾਹਮਣੇ ਜ਼ਾਹਰ ਕੀਤੀ ਹੈ ਇਹ ਹੀ ਹੋਣਾ। ਉਹਦੇ ਲਈ ਹਰ ਮਾਈਨੋਰਿਟੀ ਖਤਮ ਹੋ ਜਾਵੇ ਤਾਂ ਜਾਵੇ, ਪਰ ਇੱਕੋ ਹੀ ਸੋਚ ਲਾਗੂ ਹੋਣੀ ਚਾਹੀਦੀ ਹੈ। ਉਹਨਾਂ ਨੇ ਆਪਣੀ ਕਦੇ ਵੀ ਇਹ ਸੋਚ ਲੁਕਾਈ ਨਹੀਂ, ਤਬਦੀਲ ਵੀ ਨਹੀਂ ਕੀਤੀ। ਗੱਲ ਸ਼ੁਰੂ ਹੁੰਦੀ ਜੇ ਕਿ ਬਾਕੀ ਮਾਈਨੋਰਿਟੀਜ਼ ਜਿੱਥੇ ਜਿੱਥੇ ਖਤਮ ਹੋਈਆਂ, ਜਿੱਥੇ ਜਿੱਥੇ ਲੋਕਲ ਸਰਕਾਰਾਂ ਉੱਥੇ ਜਿੱਤੀਆਂ, ਉਹ ਕਾਰਨ ਇਹ ਸੀ ਕਿ ਉਹਨਾਂ ਨੇ ਆਪਣੇ ਮੁੱਦੇ ਸੰਭਾਲੀ ਰੱਖੇ। ਅਕਾਲੀ ਦਲ ਜੇ ਰਿਵਾਈਵ ਕਰਨਾ ਹੈ ਤਾਂ ਪੰਥਕ ਮੁੱਦੇ ਉੱਤੇ ਹੀ ਹੋ ਸਕਦਾ ਹੈ। ਇਹਨੇ ਪਹਿਲਾਂ ਪੰਜਾਬ ਵਿੱਚ ਆਪਣੀ ਜੜ ਤਗੜੀ ਕਰਨੀ ਜੇ, ਪੰਜਾਬੀਆਂ ਦੇ ਵਿੱਚ ਵੀ, ਖਾਸ ਤੌਰ ਤੇ ਸਿੱਖਾਂ ਦੇ ਮਸਲਿਆਂ ਤੇ ਜਦ ਤੱਕ ਇਹ ਆਪਣੀ ਪਾਵਰ ਨਹੀਂ ਸਟਰੋਂਗ ਕਰਦਾ, ਉਦੋਂ ਤੱਕ ਮੁਸ਼ਕਲ ਜੇ ਕਿ ਲੋਕ ਇਹਨਾਂ ਨਾਲ ਵਾਪਸ ਜੁੜਨਗੇ। ਕਿਉਂਕਿ ਜਿਨ੍ਹਾਂ ਗੱਲਾਂ ਤੋਂ ਉਹ ਨਾਰਾਜ਼ ਸਨ, ਉਹ ਸਾਰੀਆਂ ਦੀਆਂ ਸਾਰੀਆਂ ਉਸੇ ਤਰ੍ਹਾਂ ਨੇ ਕਿ ਪਾਵਰ ਇੱਕ ਬੰਦੇ ਦੇ ਹੱਥ, ਇੱਕ ਫੈਮਿਲੀ ਦੇ ਹੱਥ, ਜੋ ਲੋਕ ਬਰਦਾਸ਼ਤ ਨਹੀਂ ਕਰ ਰਹੇ। ਫਿਰ ਉੱਥੇ ਹੀ ਗੱਲ ਹੋਏ ਕਿ ਓਨਾ ਹੀ ਤੁਸੀਂ ਵਿੱਚੋਂ ਆਪਣੀ ਬੈਨੀਫਿਟਸ, ਜਿਹੜੇ ਸੈਲਫ ਬੈਨੀਫਿਟਸ ਕੱਢਣੇ, ਯਾਨੀ ਵਪਾਰ, ਉਹ ਵੀ ਛੱਡਿਆ ਨਹੀਂ। ਪੋਲਿਟਿਕਸ ਦੇ ਵਿੱਚ ਉਹ ਸਿਰਫ ਆਪਣੇ ਤੱਕ ਰਹੇਗਾ। ਤੇ ਫਿਰ ਨਾ ਆਪਣੀ ਪਾਵਰ ਐਸਜੀਪੀਸੀ ਉੱਤੋਂ ਹਟਾਈ ਤੇ ਨਾ ਹੀ ਅਕਾਲ ਤਖ਼ਤ ਨੂੰ ਉਹ ਵਾਪਸ ਤਖ਼ਤ ਰਹਿਣ ਦਿੱਤਾ। ਇਹ ਸਾਰਿਆਂ ਦੇ ਵਿੱਚ ਚੰਡੀਗੜ੍ਹ ਦਾ ਮੁੱਦਾ ਨਦਾਰਦ ਹੈ। ਮੈਂ ਤਾਂ ਹੈਰਾਨ ਹਾਂ ਕਿ ਜ਼ਬਾਨ ਜਾਈ ਜਾਂਦੀ ਜੇ ਉਹਦੇ ਲਈ ਵੀ ਕੋਈ ਚੀਕਾ ਨਹੀਂ ਮਾਰਦਾ ਕਿ ਸਕੂਲਾਂ ਵਿੱਚ ਪੰਜਾਬੀ ਨਦਾਰਦ ਹੈ, ਸਾਡਾ ਇਤਿਹਾਸ ਪੜ੍ਹਾਇਆ ਨਹੀਂ ਜਾ ਰਿਹਾ। ਕੌਣ ਜੇ ਉਂਗਲਾਂ ਤੇ ਗਿਣ ਲਿਓ ਜਿਹੜਾ ਸਾਡੇ ਜੇਲ੍ਹਾਂ 'ਚ ਡੱਕਿਆਂ ਨੂੰ ਇਸ ਵੇਲੇ ਕੱਢ ਰਿਹਾ ਜੇ। ਸਿਰਫ ਅਸੀਂ ਸਿਆਸਤ ਕਰਦੇ ਹਾਂ, ਪਾਣੀ ਚੱਲਿਆ ਜੇ ਸਾਡਾ ਚੰਡੀਗੜ੍ਹ ਵੀ ਗਿਆ, ਫਾਰਮਰ ਸੁਇਸਾਈਡ ਰੁਕੇ ਨਹੀਂ, ਨਸ਼ਾ ਦਿਨੋਂ ਦਿਨ ਵੱਧ ਰਿਹਾ ਜੇ। ਕਿਹੜਾ ਮੁੱਦਾ ਜੇ ਜਿਹੜਾ ਕਾਬੂ ਵਿੱਚ ਆ ਕੇ ਲੋਕਾਂ ਨੇ ਇਹ ਮੁੱਦਾ ਆਪਣੇ
ਸਰਕਾਰਾਂ ਉਹਨਾਂ ਨੂੰ ਰਹਿਣ ਦਿੱਤੇ, ਕਿਉਂਕਿ ਸਰਕਾਰਾਂ ਕੋਲ ਬਹੁਤ ਢੰਗ ਹੁੰਦੇ ਨੇ ਕਿਸੇ ਹੀ ਇੱਕ ਮੁੱਦੇ ਨੂੰ ਉਭਾਰ ਕੇ, ਕਿਸੇ ਹੀ ਇੱਕ ਬੰਦੇ ਨੂੰ ਫੜ ਕੇ ਉਹਦੇ ਵਿੱਚ ਨੁਕਸ ਕੱਢ ਕੇ ਉਹ ਸਕਿੰਟਾਂ ਵਿੱਚ ਸਾਰੇ ਲੋਕ ਉਸ ਪਾਸੇ ਵੱਲ ਨੂੰ ਰੁੜ ਜਾਂਦੇ ਨੇ। ਪਰ ਅਸਲ ਵਿੱਚ ਇਹ ਸਾਰਿਆਂ ਦੇ ਵਿੱਚ ਵੀ ਜੇ ਮੁੱਦੇ ਫੜ ਕੇ ਰਹਿ ਸਕੇ ਤੇ ਜੇ ਕੋਈ ਪੰਥਕ ਸੋਚ ਉਭਾਰ ਸਕੇ, ਯਕੀਨਨ ਉਹ ਵਾਪਸ ਆਣਗੇ, ਕਿਉਂਕਿ ਖੇਤਰੀ ਪਾਰਟੀ ਦੀ ਲੋੜ ਹਮੇਸ਼ਾ ਹੀ ਰਹਿੰਦੀ ਜੇ। ਬਾਹਰੋਂ ਆ ਕੇ ਰੂਲ ਕਰਨ ਵਾਲੇ ਪੰਜਾਬੀ ਨਹੀਂ ਜੇ ਜਰਦੇ। ਜੇ ਅਜੇ ਵੀ ਦਿੱਲੀ ਤੋਂ ਹਾਕਮਾਂ ਨੇ ਇਸੇ ਤਰ੍ਹਾਂ ਆਪਣਾ ਕਬਜ਼ਾ ਜਾਰੀ ਰੱਖਿਆ, ਪੰਜਾਬੀ ਤਾਂ ਫਿਰ ਬਹੁਤ ਛੇਤੀ ਵਿਰੋਧ ਕਰਦੇ ਨੇ। ਉਸ ਦੀ ਉਮੀਦ ਹੈ ਜ਼ਰੂਰ ਉੱਠੇਗੀ, ਬਸ਼ਰਤੇ ਕਿ ਕੋਈ ਸਾਡੀ ਲੋਕਲ ਪਾਰਟੀ, ਸਾਡੀ ਇੱਥੇ ਖੇਤਰੀ ਪਾਰਟੀ ਖੜੀ ਹੋਵੇ ਜਿਹੜੇ ਸਾਡੇ ਹੱਕਾਂ ਲਈ ਆਵਾਜ਼ ਚੁੱਕਦੀ ਹੋਵੇ। ਜੀ ਡਾਕਟਰ ਸਾਹਿਬ ਸ਼ੁਕਰੀਆ, ਉਮੀਦ ਕਰਦੇ ਹਾਂ ਕਿ ਅਕਾਲੀ ਦਲ ਇਹਨਾਂ ਜੋ ਵੀ ਹਾਲਾਤ ਪਿੱਛੇ ਪੈਦਾ ਹੋਏ ਜਾਂ ਇੱਕ ਹੋਰ ਜੋ ਮੁੱਦਾ ਤੁਸੀਂ ਗੱਲ ਕਰਦੇ ਸੋ ਕਿ ਉਹ ਹੁਣ ਸੇਵਾ ਕਰਨ ਲੱਗੇ ਨੇ। ਦੇਖੋ ਸੁਖਵਿੰਦਰ ਜੀ, ਸੇਵਾ ਤੇ ਸਿਮਰਨ ਸਿੱਖੀ ਸੋਚ ਵਿੱਚ ਬਹੁਤ ਵੱਖ ਹੁੰਦੀ। ਭਾਈ ਕਨ੍ਹਈਆ ਜੀ ਕੈਮਰੇ ਲੈ ਕੇ ਨਹੀਂ ਸੀ ਗਏ। ਅੱਜ ਵੀ ਪੰਜਾਬ ਦੇ ਵਿੱਚ ਹਰ ਪਿੰਡ ਵਿੱਚ ਭਾਈ ਕਨ੍ਹਈਆ ਜੀ ਦੇਖ ਸਕਦੇ ਹੋ, ਜਿਨ੍ਹਾਂ ਦੇ ਮੈਂ ਤਾਂ ਇਹੋ ਜਿਹੇ ਵੀ ਦੇਖੇ ਨੇ ਆਪਣਾ ਘਰ ਡੁੱਬਿਆ ਪਿਆ, ਆਖਰੀ ਜੱਗ ਸੀ ਘਰ ਦੁੱਧ ਦਾ ਪਿਆ, ਉਹ ਵੀ ਜਦੋਂ ਮੀਡੀਆ ਵਾਲੇ ਲੋਕ ਉੱਥੇ ਦੇਖਣ ਗਏ ਕਿ ਕੀ ਹੈ ਤੇ ਕਹਿਣ ਲੱਗੇ ਜੀ ਅਸੀਂ ਪੰਜਾਬੀ ਹੁੰਨੇ ਆ ਤੇ ਆਪ ਇਸ ਜੱਗ ਨਾਲ ਕਿੰਨੀ ਕੁ ਦੇਰ ਆਪ ਰੱਜ ਲਵਾਂਗੇ, ਪਰ ਤੁਸੀਂ ਮਹਿਮਾਨ ਆਏ ਹੋ ਤੇ ਮਹਿਮਾਨ ਤਾਂ ਸਾਡੇ ਘਰੋਂ ਭੁੱਖਾ ਨਹੀਂ ਜਾ ਸਕਦਾ। ਉਹ ਆਖਰੀ ਜੱਗ ਦੀ ਵੀ ਉਹਨਾਂ ਨੇ ਚਾਹ ਬਣਾ ਕੇ ਸਭ ਨੂੰ ਪਿਆ ਦਿੱਤੀ। ਸੋ ਇਹ ਜੇ ਅਸਲ ਪੰਜਾਬੀ ਪੁਣਾ, ਇਹਦੇ ਵਿੱਚ ਸੇਵਾ ਤੇ ਸਿਮਰਨ ਸਾਡੇ ਤਾਂ ਹੱਡੀ ਰਚਿਆ ਹੋਇਆ ਤੇ ਉਹ ਸੇਵਾ ਦੀ ਕੋਈ ਵੀ ਆਪਣੀਆਂ ਤਸਵੀਰਾਂ ਬਣਾ ਕੇ ਨਹੀਂ ਦਿਖਾਉਂਦਾ। ਅਫਸੋਸ ਇਹ ਸਿਖਰ ਜੇ ਯਾਨੀ ਸਾਡੇ ਡਿੱਗ ਜਾਣ ਦੀ, ਸਾਡੇ ਕਿਰਦਾਰ ਦੇ ਡਿੱਗਣ ਦੀ, ਜਿੱਥੇ ਇੱਕ 12 ਬੋਤਲਾਂ ਲੈ ਕੇ 6 ਪਾਸਿਓਂ ਕੈਮਰੇ ਖੜੇ ਕਰਕੇ ਅਸੀਂ ਦਿਖਾ ਕੇ ਦੱਸਣਾ ਚਾਹੁੰਦੇ ਹਾਂ ਅਸੀਂ ਸੇਵਾ ਕੀਤੀ ਹੈ। ਇਹ ਸੇਵਾ ਤਾਂ ਜੇ ਗੁਰਬਾਣੀ ਦਾ ਇੱਕ ਹਰਫ ਵੀ ਕਿਸੇ ਨੇ ਪੜ੍ਹਿਆ ਹੋਵੇ ਨਾ, ਆਪਣੇ ਮਨ ਵਿੱਚ ਵਸਾਇਆ ਹੋਏ, ਤਾਂ ਇਹ ਸੇਵਾ ਤਾਂ ਕਬੂਲ ਇਸ ਤਰ੍ਹਾਂ ਦੀ ਹੁੰਦੀ ਹੋਈ ਨਹੀਂ। ਸੇਵਾ ਕਬੂਲ ਉਹ ਹੁੰਦੀ ਜੇ ਜਦੋਂ ਆਪਣੀ ਹਉਮੈ ਖਤਮ ਕਰਕੇ, ਆਪਣੀ ਆਪ ਨੂੰ ਮਾਰ ਕੇ, ਯਾਨੀ ਪੈਰਾਂ ਦੀ ਧੂੜ ਬਣ ਕੇ ਜੇ ਲੋਕਾਂ ਤੱਕ ਪਹੁੰਚਿਆ ਜਾਵੇ, ਉਹ ਕਬੂਲ ਹੁੰਦੀ ਜੇ ਨਾ ਸਿਰਫ ਲੋਕਾਂ ਵਿੱਚ ਬਲਕਿ ਗੁਰੂ ਵੀ ਕਬੂਲ ਕਰਦਾ ਜੇ। ਉਹੀ ਹੁੰਦਾ ਜੇ ਅਸਲ ਰਾਹ ਚੜ੍ਹਨ ਦਾ, ਜਿਹੜਾ ਸ਼ਾਇਦ ਇਹ ਪੋਲੀਟੀਕਲ ਪਾਰਟੀਆਂ ਭੁਲਾ ਚੁੱਕੀਆਂ ਨੇ। ਸੋ ਉਹ ਸਲਾਮਤ ਰਹਿਣ, ਜੇ 12 ਵੀ ਬੋਤਲਾਂ ਗਈਆਂ ਨੇ, ਚਲੋ ਸ਼ੁਕਰ ਹੈ ਕਿਸੇ ਤੱਕ ਪਹੁੰਚੀਆਂ ਤਾਂ ਸਹੀ, ਉਹਨਾਂ ਦਾ ਵੀ ਭਲਾ ਹੋਵੇ ਜਿਹੜੀਆਂ ਇੰਨੀਆਂ ਕੁ ਕਰ ਰਹੀਆਂ ਨੇ। ਪਰ ਲੋਕ ਸੱਚਮੁੱਚ ਜਿਸ ਤਰੀਕੇ ਦੀ ਸਾਂਝ, ਜਿੱਥੇ ਕੋਈ ਹਿੰਦੂ ਸਿੱਖ ਮੁਸਲਮਾਨ ਈਸਾਈ ਨਹੀਂ ਰਿਹਾ, ਉਹ ਪੰਜਾਬੀ ਬਣੇ, ਸ਼ੁਕਰ ਹੈ। ਪਰ ਇਹਨਾਂ ਸਾਰਿਆਂ ਦਾ ਜਿੰਨਾ ਵੀ ਨੁਕਸਾਨ ਹੋਇਆ, ਵਾਹਿਗੁਰੂ ਸਾਰਿਆਂ ਤੇ ਮਿਹਰ ਕਰੇ ਤੇ ਅਸੀਂ ਰਲ ਮਿਲ ਕੇ ਕੋਸ਼ਿਸ਼ ਕਰੀਏ ਕਿ ਸਾਰਿਆਂ ਨੂੰ ਫਿਰ ਵਸਾ ਸਕੀਏ। ਬਿਲਕੁਲ ਬਿਲਕੁਲ, ਘੱਟੋ ਘੱਟ ਹਰ ਥਾਂ ਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ। ਜੋ ਅਕਾਲੀ ਦਲ ਦੇ ਨਾਲ ਬੀਤਿਆ, ਜਿਸ ਤਰੀਕੇ ਨਾਲ ਅਸੀਂ ਉਸ ਤੇ ਚਰਚਾ ਕੀਤੀ ਹੈ, ਜੋ ਹਾਲਾਤ ਪਹਿਲਾਂ ਰਹੇ, ਜੋ ਮੌਜੂਦਾ ਸਮੇਂ ਦੇ ਵਿੱਚ ਨੇ, ਇਹ ਇਨ ਬਿਨ ਜੇ ਅਸੀਂ ਸਾਰੀਆਂ ਪਾਰਟੀਆਂ ਤੇ ਲਾਗੂ ਕਰੀਏ ਇਹੀ ਗੱਲਾਂ ਕਿ ਤੁਸੀਂ ਬੀਤੇ 'ਚ ਕੀ ਕਰਦੇ ਰਹੇ ਹੋ ਜਾਂ ਅਗਾਂਹ ਕੀ ਕਰੋਗੇ ਜਾਂ ਮੌਜੂਦਾ ਸਮੇਂ ਵਿੱਚ ਕੀ ਕਰ ਰਹੇ ਹੋ, ਤਾਂ ਹਸ਼ਰ ਉਸੇ ਢੰਗ ਦਾ ਹੀ ਹੁੰਦਾ। ਲੋਕ ਕਿੰਨਾ ਕੁ ਚਿਰ ਤੁਹਾਨੂੰ ਬਰਦਾਸ਼ਤ ਕਰਨਗੇ? ਲੋਕ ਬਹੁਤ ਬਰੀਕੀ ਦੇ ਨਾਲ, ਪਹਿਲਾਂ ਸਮੇਂ ਹੋਰ ਸੀ, ਹੁਣ ਤਾਂ ਮੀਡੀਆ ਇੰਨਾ ਹਾਵੀ ਹੈ ਕਿ ਲੋਕ ਹਰ ਗੱਲ ਨੂੰ ਫੱਟ ਦੇਣੀ ਉਹਨਾਂ ਕੋਲ ਪਹੁੰਚਦੀ ਹੈ ਤੇ ਸਮਝਦੇ ਨੇ ਕਿ ਆਖਿਰਕਾਰ ਕਾਰਨ ਕੀ ਹੈ। ਜੇ ਬੀਜੇਪੀ ਨੇੜੇ ਨੇੜੇ ਲਾਉਂਦੀ ਹੈ ਕੀ ਕਾਰਨ ਹੈ, ਜੇ ਬੀਜੇਪੀ ਦੇ ਨੇੜੇ ਲੱਗਦੇ ਨੇ ਤਾਂ ਕੀ ਕਾਰਨ ਹੈ, ਜੇ ਆਮ ਆਦਮੀ ਪਾਰਟੀ ਵਾਲੇ ਐਕਟਿਵ ਨੇ ਤਾਂ ਕੀ ਕਾਰਨ ਹੈ, ਜੇ ਉਹ ਨਹੀਂ ਐਕਟਿਵ ਤਾਂ ਕੀ ਕਾਰਨ ਹੈ, ਪ੍ਰੋਪੇਗੈਂਡਾ ਕਿਵੇਂ ਚੱਲਦਾ ਹੈ, ਕਿਵੇਂ ਇੱਕ ਖਬਰ ਨੂੰ ਪਲਾਂਟ ਕਰ ਦਿੱਤਾ ਜਾਂਦਾ, ਫਿਰ ਉਹਨੂੰ ਬਹੁਤ ਵੱਡਾ ਬਣਾ ਦਿੱਤਾ ਜਾਂਦਾ, ਫਿਰ ਸਾਰਾ ਮੀਡੀਆ ਉਹਦੇ ਇਰਦ ਗਿਰਦ ਹੋ ਜਾਂਦਾ। ਹੜ੍ਹਾਂ ਦੀ ਸਥਿਤੀ ਹੈ, ਅਸੀਂ ਕਿਸੇ ਹੋਰ ਬੰਨੇ ਕਿਉਂ ਲੱਗੇ, ਇਹਦਾ ਕੀ ਕਾਰਨ ਹੈ? ਸਰਕਾਰ ਨੂੰ ਕੌਣ ਪੁੱਛੇਗਾ, ਕੌਣ ਕੇਂਦਰ ਨੂੰ ਕਹੂਗਾ ਕਿ ਤੁਸੀਂ ਇੰਨੇ 1000 ਕਰੋੜ ਪੰਜਾਬ ਦਾ ਨੁਕਸਾਨ ਹੋਇਆ, ਉਹਦੀ ਭਰਪਾਈ ਕਿਉਂ ਨਹੀਂ ਕਰਦੇ? ਕੌਣ ਪੰਜਾਬ ਸਰਕਾਰ ਨੂੰ ਪੁੱਛੇਗਾ ਕਿ ਤੁਹਾਡੀਆਂ ਜਿਹੜੀਆਂ ਨਾਕਾਮੀਆਂ ਕਿੱਥੇ ਰਹੀਆਂ? ਇਹ ਬਹੁਤ ਸਾਰੇ ਸਵਾਲ ਨੇ। ਇਹ ਅੱਗੇ ਦੀ ਅੱਗੇ ਹਰੇਕ ਪਾਰਟੀ ਨਾਲ ਇਹ ਸਿਨੈਰੀਓ ਜੁੜਦੇ ਜਾਂਦੇ ਨੇ ਕਿ ਤੁਸੀਂ ਨਹੀਂ ਜਵਾਬ ਦਿਓਗੇ ਤਾਂ ਲੋਕ ਜਵਾਬ ਲੈ ਲੈਣਗੇ, ਜੇ ਤੁਸੀਂ ਜਵਾਬ ਵੀ ਨਹੀਂ ਦਿਓਗੇ ਉਸ ਢੰਗ ਦਾ ਤਾਂ ਫਿਰ ਤੁਹਾਨੂੰ ਨੁਕਰੇ ਲਾ ਦਿੱਤਾ ਜਾਏਗਾ। ਤੇ ਇਹ ਪੰਜਾਬ ਦੀ ਖਾਸੀਅਤ ਹੈ ਕਿ ਪੰਜਾਬ ਪਲਟ ਦਿੰਦਾ ਆ ਵੱਡੇ ਤੋਂ ਵੱਡੇ ਤੱਕ। ਵਿਚਾਰ ਕਮੈਂਟ ਜ਼ਰੂਰ ਕਰਿਓ। ਧੰਨਵਾਦ, ਬਿਲਕੁਲ, ਇੱਕ ਸ਼ੁਕਰੀਆ। ਬਸ ਆਖਰੀ ਸਿਰਫ ਇੱਕ ਲਾਈਨ ਮੇਰੀ ਐਡ ਕਰ ਦਿਓ ਪਲੀਜ਼। ਦਰਅਸਲ ਇੱਕ ਜ਼ਰੂਰ ਅਖੀਰ ਵਿੱਚ ਜਿਵੇਂ ਬੀਜੇਪੀ ਦੀ ਗੱਲ ਕੀਤੀ, ਮੈਂ ਮੰਨਦੀ ਹਾਂ ਉਹਨਾਂ ਨੇ ਬਹੁਤ ਕੁਝ ਸਿੱਖਾਂ ਲਈ ਕੀਤਾ,
ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਰਾਹ ਪਾਕਿਸਤਾਨ ਵੱਲ ਵੀ ਖੋਲਿਆ, ਸਾਡੇ ਜਿਹੜੀ ਬਲੈਕ ਲਿਸਟ ਕੀਤੇ ਹੋਏ ਸਨ ਉਹ ਵੀ ਕੱਢੇ, ਯਾਨੀ ਕਾਫੀ ਕੁਛ ਕੀਤਾ। ਪਰ ਗੱਲ ਇਹ ਹੈ ਕਿ ਬਹੁਤ ਕੁਛ ਨਹੀਂ ਵੀ ਕੀਤਾ। ਜਿੰਨਾ ਕੁ ਪੰਜਾਬ ਇਸ ਵੇਲੇ ਸਹਿ ਰਿਹਾ ਜੇ, ਭਾਵੇਂ ਸਾਡੇ ਕਾਨੂੰਨ, ਖੇਤੀ ਕਾਨੂੰਨ ਵਾਪਸ ਤਾਂ ਹੋਏ, ਪਰ ਉਹ ਦਿਲ ਵਿੱਚ ਬਦਲਾ ਲਓ ਨੀਤੀ ਨਾਲ ਜਦੋਂ ਪਹੁੰਚਿਆ ਜਾਵੇ ਤਾਂ ਪੰਜਾਬੀ ਅਸਲ 'ਚ ਦਿਲ ਤੱਕ ਰਾਹ ਪਾਲਦੇ ਨੇ ਤੇ ਇਹ ਪੱਕੇ ਤੌਰ ਤੇ ਆਪਣੇ ਦਿਲਾਂ ਵਿੱਚ ਥਾਂ ਵੀ ਦਿੰਦੇ ਨੇ। ਸੋ ਪੰਜਾਬੀਆਂ ਨੂੰ ਜਿੱਤਣਾ ਹੋਏ ਤਾਂ ਪਿਆਰ ਨਾਲ ਜਿੱਤਣਾ ਪਏਗਾ, ਆਕੜ ਜਾਂ ਹੈਂਕੜ ਨਾਲ ਨਹੀਂ। ਸੋ ਬੀਜੇਪੀ ਨੇ ਜੇ ਇੱਥੇ ਰਾਜ ਵਾਕਈ ਕਰਨਾ ਤਾਂ ਉਹਨਾਂ ਨੂੰ ਨਿਮਰਤਾ ਨਾਲ ਆਉਣਾ ਪਏਗਾ, ਨਿਵੇਂ ਸਗੌਰਾ ਹੋਏ। ਸੋ ਇਹ ਤਰੀਕੇ ਨਾਲ ਜੇ ਪੰਜਾਬ ਦੇ ਹਿੱਤਾਂ ਦੀ, ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਤੇ ਉਹਨਾਂ ਨੂੰ ਗਲੇ ਲਾ ਕੇ ਆਉਣਗੇ ਤਾਂ ਪੰਜਾਬੀ ਉਸੇ ਤਰ੍ਹਾਂ ਹੀ ਗਲੇ ਲਾ ਲੈਣਗੇ, ਵਰਨਾ ਜ਼ੋਰ ਜ਼ਬਰਦਸਤੀ ਪੰਜਾਬੀ ਤਾਂ ਨਹੀਂ ਚੱਲਦੇ। ਸੋ ਪੰਜਾਬ ਬਾਕੀ ਮੁਲਕ ਨਾਲੋਂ ਇਸ ਪੱਖੋਂ, ਇਸ ਸੋਚ ਪੱਖੋਂ ਵੱਖਰਾ ਹੈ। ਬਿਲਕੁਲ ਬਿਲਕੁਲ। ਕੋਈ ਵੀ ਸਿਆਸੀ ਪਾਰਟੀ ਜੇ ਉਹ ਪੰਜਾਬ ਤੋਂ ਕੋਈ ਲਾਹਾ ਖੱਟਦੀ ਹੈ, ਹਰੇਕ ਪਾਰਟੀ ਆਪਣੀ ਸਟ੍ਰੈਟਜੀ ਦੇ ਨਾਲ ਚੱਲਦੀ ਹੈ, ਉਸੇ ਸਟ੍ਰੈਟਜੀ ਦੇ ਤਹਿਤ ਹੀ ਉਹ ਮੁੱਦਿਆਂ ਨੂੰ ਹੱਲ ਕਰਦੀ ਹੈ, ਉਸੇ ਦੇ ਤਹਿਤ ਹੀ ਮੁੱਦਿਆਂ ਨੂੰ ਉਲਝਾਉਂਦੀ ਹੈ, ਉਸੇ ਦੇ ਤਹਿਤ ਮੁੱਦਿਆਂ ਨੂੰ ਖੜੇ ਰੱਖਦੀ ਹੈ। ਇਹ ਹੁਣ ਬੀਜੇਪੀ ਨੇ ਸੋਚਣਾ ਤੇ ਜਿੰਨੀਆਂ ਸਿਆਸੀ ਧਿਰਾਂ ਨੇ ਸਭ ਨੇ ਸੋਚਣਾ ਕਿ ਅਸੀਂ ਪੰਜਾਬ ਪ੍ਰਤੀ ਕਿਸ ਤਰੀਕੇ ਦਾ ਨਜ਼ਰੀਆ ਰੱਖਣਾ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ। ਮੈਡਮ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ।